श्री हर कृष्ण त्याइए, श्री हर कृष्ण श्री हर जिस डिठे सब दुख जाए, श्री हर कृष्ण त्याइए, श्री हर कृष्ण त्याइए, जिस डिठे सब दुख, श्री हर कृष्ण श्री हर तेग बहादुर सिमरे, तेग बहादुर सिमरे, तेग बहादुर सिमरे, तेग कर नौ निद आवे ताए, कर नौ निद आवे ताए, कर नौ निद आवे, कर नौ निद सब थाई होए सहाय, सब थाई होए सहाय, सब थाई होए, सब थाई, श्री हर कृष्ण त्याइए, श्री हर कृष्ण त्याइए, श्री हर कृष्ण त्याइ, श्री हर जिस डिठे सब दुख जाए, श्री हर कृष्ण त्याइए, श्री हर कृष्ण त्याइए, जिस डिठे सब, श्री हर कृष्ण त्याइए, श्री हर कृष्ण त्याइए। आखो सतनाम श्री, फिर आखो जी सतनाम श्री, फिर आखो जी सतनाम श्री। वाहिगुरु जी का खालसा, वाहिगुरु जी की फतेह। ऐसे गुर को बल बल जाइए, आप मुकत मोहे तारे। बाला प्रीतम चोजी सतगुरु अठवें पातशाह धन धन सतगुरु गुरु हरकृष्ण साहब महाराज सच्चे पातशाह जियां दा प्रकाश पुरब मनाउण दा सुभाग आपां सारिआं नूं प्राप्त होया। सब तो पहलां साहिब श्री गुरु ग्रंथ साहब महाराज जियां दा कोटान कोट शुकर शुकराना है, जो सतगुरु सच्चे पातशाह जी ने आपां सारिआं नूं अपनी गोद विच बिठाया। ये गल विश्वास करके मन लेनी चाहिए है कि जे गुरु की कृपा बख्शिश ना होवे, आपां गुरु दरबार विच नहीं आ सकते। उसकी कृपा तो बगैर सतसंगत प्राप्त नहीं हो सकती। उद्यम मत प्रभ अंतर जामी, ज्यों प्रेरे त्यों करना, जो नटुआ तंत वजाए तंती त्यों बाजें जंत जना। जे सतगुरु जी की कृपा नदर बख्शिश इनायत होवे तां ही कोई सतसंगत में जुड़ के जप सकता है सतनाम श्री वाहिगुरु, क्योंकि ये वो श्रेष्ठ कर्म है जिस कर्म नूं करन नाल जन्म मरण तो मुक्त होईदा। ये कोई छोटा कर्म नहीं है। एक शब्द विच महाराज ने धर्म के सारे कर्म गिने, पाठ पढ़ना, दान पुण्य करना, सेवा करनी, तीर्थ यात्रा ते जाना, कोई लंगर लाउणा, वर्त रखने, पुट्ठे लट के तप करना, नंगे पैरी रहना, मौन धारण करना, कई तरह के नियम ने लोगों के। पर सारे कर्मां नालों श्रेष्ठ कर्म साध संगत ये है कि कोई सतसंगत में जुड़ के जप लवे सतनाम श्री वाहिगुरु। ये श्रेष्ठ कर्म है। ये ना कोई बहुत
ਗਿਆਨ ਦੀ ਲੋੜ ਹੈ ਕਿ ਬਹੁਤ ਪੜ੍ਹਿਆ ਲਿਖਿਆ ਬੰਦਾ ਜੀ, ਨਾ ਬਹੁਤੇ ਧਨਵਾਨ ਹੋਣ ਦੀ ਲੋੜ ਹੈ ਕਿ ਬਹੁਤ ਅਮੀਰ ਬੰਦਾ ਹੋਏਗਾ ਉਹੀ ਦਾਨ ਪੁੰਨ ਕਰੇਗਾ, ਅਮੀਰ ਹੋਏਗਾ ਉਹੀ ਤੀਰਥ ਯਾਤਰਾ ਤੇ ਜਾਏਗਾ, ਕੋਈ ਅਮੀਰ ਹੋਏਗਾ ਉਹੀ ਬੰਦਾ ਲੰਗਰ ਲਾ ਸਕੇਗਾ, ਉਹੀ ਕੋਈ ਯੱਗ ਕਰਾ ਸਕੇਗਾ। ਪਰ ਸਤ ਸੰਗਤ ਸ੍ਰੇਸ਼ਟ ਕਰਮ ਇਸ ਵਾਸਤੇ ਹੈ, ਇਹਦੇ ਵਿੱਚ ਸਾਧ ਸੰਗਤ ਕੋਈ ਵੀ ਬਹਿ ਜਾਏ, ਜਿਹਦੇ ਕੋਲ ਪੈਸਾ ਧੇਲਾ ਨਹੀਂ ਉਹ ਵੀ ਬਹਿ ਸਕਦਾ ਹੈ, ਜਿਹਦੇ ਕੋਲ ਗਿਆਨ ਕੋਈ ਨੌਲੇਜ ਕੋਈ ਪੜ੍ਹਿਆ ਲਿਖਿਆ ਨਹੀਂ ਹੈ ਉਹ ਵੀ ਸੰਗਤ ਵਿੱਚ ਬਹਿ ਕੇ ਜੇ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ ਤੋਂ ਮੁਕਤ ਹੋ ਜਾਂਦਾ। ਇਸ ਲਈ ਇਹਨੂੰ ਸ੍ਰੇਸ਼ਟ ਕਰਮ ਕਿਹਾ। ਸ਼ਬਦ ਤੁਸੀਂ ਕਈ ਵਾਰ ਸੁਣਦੇ ਹੋ, ਅਸ਼ਟਪਦੀਆਂ ਨੇ, ਸ਼ੁਰੂ ਹੁੰਦਾ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਦੇ ਪੰਚ ਜਨਾਂ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬੱਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ, ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ। ਇੱਦਾਂ ਦੇ ਮੈਂ ਸਾਧੂ ਵੇਖੇ ਨੇ, ਸਾਧ ਸੰਗਤ ਉਦਾਸੀ ਨੇ, ਸੰਨਿਆਸੀ ਨੇ, ਜਿਨ੍ਹਾਂ ਨੂੰ ਕਈ ਸਾਲ ਹੋ ਗਏ ਬੋਲੇ ਨਹੀਂ ਜ਼ੁਬਾਨ ਤੋਂ, ਮੌਨ ਧਾਰਨ ਕੀਤਾ ਹੋਇਆ। ਪਾਤਸ਼ਾਹ ਕਹਿੰਦੇ ਠੀਕ ਹੈ, ਰੱਬ ਨੂੰ ਮਿਲਣ ਵਾਸਤੇ ਕੋਈ ਵੀ ਕਰਮ ਬੰਦਾ ਕਰ ਰਿਹਾ, ਪਰ ਸਭ ਤੋਂ ਸ੍ਰੇਸ਼ਟ ਕਰਮ ਕੀ ਹੈ? ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁੱਟ ਕੇ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ, ਜੇ ਲੱਖ ਯਤਨ ਕਰਾਏ। ਮਹਾਰਾਜ ਫਿਰ ਸ੍ਰੇਸ਼ਟ ਕਰਮ ਕੀ ਹੈ? ਕਹਿੰਦੇ ਭਾਈ ਉਹ ਕਰਮ ਜਿਹੜਾ ਸਾਰੇ ਕਰ ਸਕਣ। ਤੀਰਥਾਂ ਤੇ ਹਰੇਕ ਬੰਦਾ ਨਹੀਂ ਜਾ ਸਕਦਾ, ਮੋਨ ਹਰ ਬੰਦਾ ਨਹੀਂ ਧਾਰਨ ਕਰ ਸਕਦਾ, ਪਰਿਵਾਰ ਛੱਡ ਕੇ ਤੱਟਾਂ ਤੇ ਰਹਿਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਦਾਨ ਪੁੰਨ ਕਰਨਾ, ਹੋਮ ਯੱਗ ਕਰਨੇ, ਕਰਾਉਣੇ, ਪੁੰਨ ਦਾਨ ਕਰਨਾ, ਇਹ ਹਰੇਕ ਬੰਦੇ ਦੇ ਵੱਸ ਨਹੀਂ ਹੈ। ਮਹਾਰਾਜ ਫਿਰ ਸ੍ਰੇਸ਼ਟ ਕਰਮ ਤਾਂ ਹਜ਼ੂਰ ਬਚਨ ਕਹਿੰਦੇ ਭਾਈ ਸਭ ਨਾਲੋਂ ਸ੍ਰੇਸ਼ਟ ਕਰਮ ਉਹ ਇਹ ਹੈ ਜੇ ਕੋਈ ਸੰਗਤ ਵਿੱਚ ਜੁੜ ਕੇ ਬਹਿਣ ਲੱਗ ਜਾਏ। ਸਾਰੇ ਕਰਮਾਂ ਵਿੱਚੋਂ ਸ੍ਰੇਸ਼ਟ ਕਰਮ ਉਹਨੂੰ ਮਹਾਰਾਜ ਨੇ ਸਤ ਸੰਗਤ ਕਰਮ ਕਿਹਾ। ਸਾਰੇ ਕਰਮ ਇਸ ਸ਼ਬਦ ਵਿੱਚ ਗਿਣਨ ਤੋਂ ਬਾਅਦ ਪਾਤਸ਼ਾਹ ਕਹਿੰਦੇ ਭਾਈ ਸ੍ਰੇਸ਼ਟ ਕਰਮ ਇਹ ਹੈ ਜੇ ਕੋਈ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੇ। ਇਹਨੂੰ ਕਿਹਾ ਸਿਰ ਕਰਮਨ ਕੇ ਕਰਮਾ। ਸਾਹਿਬ ਨੇ ਬਚਨ ਕਿਹਾ ਹਰ ਕੀਰਤ ਸਾਧ ਸੰਗਤ ਹੈ। ਕਹਿੰਦੇ ਭਾਈ ਸਾਧ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰੇ। ਜਿਹਨੂੰ ਕੋਈ ਗਿਆਨ ਨਹੀਂ ਵਾਹਿਗੁਰੂ ਤਾਂ ਉਹ ਵੀ ਕਹਿ ਸਕਦਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਸਭ ਕਰਮਾਂ ਨਾਲੋਂ ਸਿਰ ਕਰਮਨ ਕੇ ਕਰਮਾਂ ਦਾ ਅਰਥ ਸ੍ਰੇਸ਼ਟ ਕਰਮ, ਉੱਤਮ ਕਰਮ। ਉਹ ਕੀ ਹੈ? ਸਾਹਿਬ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਭਾਈ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰੇ, ਪਰ ਇਹ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਮੱਥੇ ਦੇ ਭਾਗ ਚੰਗੇ ਨੇ, ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ। ਜਿਨ ਕੋ ਭੈ ਦਇਆਲ ਤਿਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਇਹਨੂੰ ਮਹਾਰਾਜ ਰੋਜ਼ ਸਮਝਾਉਂਦੇ। ਆਪਾਂ ਹੁਣੇ ਰਹਿਰਾਸ ਵਿੱਚ ਪੜ੍ਹਿਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਜੀ ਸੰਗਤ ਵਿੱਚ ਬਹਿ ਕੇ ਭਜ ਲਿਆ, ਜਪ ਲਿਆ, ਨਾਮ ਜਪ ਲਿਆ, ਫਿਰ ਕੀ ਮਿਲੇਗਾ? ਸਿੱਧਾ ਹੀ ਮਹਾਰਾਜ ਨੇ ਕਿਹਾ ਫਿਰ ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ। ਪੜੋ ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਇਸ ਲਈ ਸਤ ਸੰਗਤ ਸਭ ਤੋਂ ਸ੍ਰੇਸ਼ਟ ਕਰਮ ਆਪਾਂ ਨੂੰ ਮਹਾਰਾਜ ਨੇ ਬਖਸ਼ਿਆ। ਆਪਾਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਇੱਕ ਵਾਰ ਮਨੋਂ ਸ਼ੁਕਰਾਨਾ ਕਰਕੇ ਹਿਰਦੇ ਤੋਂ ਕਹੋ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਡਿਆਈ
ਸਾਧ ਸੰਗਤ ਨਾ ਇੱਥੇ ਉਮਰ ਦੀ ਕੋਈ ਰਿਜ਼ਰਵੇਸ਼ਨ ਹੈ, ਸਨਿਓਰਟੀ ਹੈ, ਨਾ ਕਿਸੇ ਰਿਸ਼ਤੇ ਦੀ ਕੋਈ ਰਿਜ਼ਰਵੇਸ਼ਨ ਹੈ, ਨਾ ਤਾਂ ਇਹ ਰਿਜ਼ਰਵੇਸ਼ਨ ਹੈ ਵੀ ਪਿਓ ਤੋਂ ਬਾਅਦ ਪੁੱਤਰ ਬੈਠੇਗਾ ਜਾਂ ਭਰਾ ਤੋਂ ਬਾਅਦ ਉਹਦੇ ਭਤੀਜੇ ਬੈਠਣਗੇ, ਨਾ ਇਸ ਗੱਲ ਦੀ ਕੋਈ ਸਨਿਓਰਟੀ ਹੈ ਕਿ ਬਹੁਤ ਉਮਰ ਹੋ ਗਈ ਜੀ, ਇਹ ਤਾਂ ਬੰਦਾ 30-40 ਸਾਲ ਤੋਂ ਜੁੜਿਆ ਹੋਇਆ। ਇੱਥੇ ਹੋ ਸਕਦਾ 20 ਸਾਲ ਤੋਂ ਕੋਈ ਪਾਠ ਕਰ ਰਿਹਾ ਹੈ, ਉਹ ਪਿੱਛੇ ਰਹਿ ਜਾਏ, ਜਿਹਨੂੰ 20 ਦਿਨ ਆਇਆ ਨੂੰ ਹੋਏ ਹੋਣ ਉਹਨੂੰ ਗੁਰੂ ਅੱਗੇ ਬਿਠਾ ਦੇ। ਇਹ ਗੁਰੂ ਦੇ ਹੱਥ ਹੈ। ਇਸ ਲਈ ਸਾਧ ਸੰਗਤ ਨਾ ਇੱਥੇ ਗਿਆਨ ਚੱਲਦਾ, ਨਾ ਕੋਈ ਬਾਹਰੀ ਕਰਮ ਚੱਲਦੇ ਨੇ। ਮਹਾਰਾਜ ਫਿਰ ਕਿਹੜੀ ਚੀਜ਼ ਪ੍ਰਵਾਨ ਹੁੰਦੀ? ਇਹਨੂੰ ਹਜ਼ੂਰ ਨੇ ਕਿਹਾ ਪ੍ਰੇਮ ਭਾਉ। ਜਿਹਦੇ ਅੰਦਰ ਭਾਉ ਪੈਦਾ ਹੋ ਜਾਏ ਉਹਨੂੰ ਦਿਨ ਨਹੀਂ ਗਿਣੇ ਜਾਂਦੇ, ਕਦੋਂ ਦਾ ਸਤਸੰਗਤ ਕਰਦਾ ਜੀ, ਕਦੋਂ ਦੀ ਸਿੱਖੀ ਧਾਰਨ ਕੀਤੀ ਹੋਈ ਹੈ, ਉਹ ਦਿਨ ਨਹੀਂ ਗਿਣੇਗਾ, ਸਿਰਫ ਗੁਰੂ ਪ੍ਰੇਮ ਵੇਖਦਾ। ਤੁਸੀਂ ਨਿਤਨੇਮ ਵਿੱਚ ਸਵੇਰੇ ਵੀ ਪੜ੍ਹਿਆ ਹੋਏਗਾ, ਪਹਿਲਾਂ ਮਹਾਰਾਜ ਨੇ ਧਰਮ ਦੇ ਕਰਮ ਗਿਣੇ। ਕਹਾ ਭਇਓ, ਕੀ ਹੋਇਆ ਬਈ? ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕਹਿੰਦੇ ਤੂੰ ਅੱਖਾਂ ਕਰਕੇ ਬਹਿ ਲੈਣਾ ਬੰਦ ਕਰਕੇ, ਇਹਦੇ ਨਾਲ ਕੀ ਹੁੰਦਾ? ਜੇ ਹਿਰਦੇ ਵਿੱਚ ਕਪਟ ਹੈ ਫਿਰ ਤਾਂ ਤੇਰੇ ਨਾਲ ਉਹ ਬੰਗਲਾ ਵੀ ਜਿਹੜਾ ਹੈ, ਉਹ ਬੰਗਲਾ ਨਦੀ ਦੇ ਤੱਟ 'ਤੇ ਕਿੰਨੇ ਚਿਰ ਅੱਖਾਂ ਬੰਦ ਕਰਕੇ ਬਹਿੰਦਾ, ਪਰ ਉਹਦੀ ਸੁਰਤੀ ਦਾ ਧਿਆਨ ਪਾਣੀ ਵਿੱਚ ਮੱਛੀ 'ਤੇ ਹੁੰਦਾ। ਜਦੋਂ ਕਿਨਾਰੇ 'ਤੇ ਕੋਈ ਮੱਛੀ ਦਾ ਪੂੰਗ ਆਇਆ ਉਹਨੇ ਚੁੰਝ ਮਾਰ ਕੇ ਚੁੱਕ ਲੈਣਾ, ਉਹਦੀਆਂ ਅੱਖਾਂ ਬੰਦ ਕੀਤੀਆਂ, ਕਪਟ ਹੈ। ਮਹਾਰਾਜ ਫਿਰ ਸਭ ਤੋਂ ਸ੍ਰੇਸ਼ਟ ਕੀ ਚੀਜ਼ ਹੈ? ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਹੁਤ ਬੰਦੇ ਜਿਹੜੇ ਕਹਿੰਦੇ ਜੀ ਮੈਨੂੰ 10 ਸਾਲ ਹੋ ਗਏ, ਹਰੇਕ ਮੱਸਿਆ 'ਤੇ ਅਸੀਂ ਦਰਬਾਰ ਸਾਹਿਬ ਇਸ਼ਨਾਨ ਕਰਨ ਜਾਈਦਾ। ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਪਰ ਸਾਧ ਸੰਗਤ ਖਾਲੀ ਇੰਨਾ ਨਹੀਂ ਵੀ ਇਸ਼ਨਾਨ ਕਰਕੇ ਆਪਾਂ ਮੁੜ ਆਏ ਜੀ ਬਸ ਹੋ ਗਿਆ, ਨਹੀਂ। ਜਦੋਂ ਇਸ਼ਨਾਨ ਕਰਨ ਜਾਓਗੇ ਉੱਥੋਂ ਹਰਮੰਦਰ ਸਾਹਿਬ ਤੋਂ ਅੰਦਰੋਂ ਆਵਾਜ਼ ਆਏਗੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਨਾਲ ਭਾਈ ਉਹਨੂੰ ਵੀ ਸਿਮਰ, ਉਹਨੂੰ ਆਪਣਾ ਜਾਣ ਕੇ ਸਿਮਰ। ਜਿਹੜੀ ਚੀਜ਼ ਆਪਣੀ ਹੋਵੇ ਉਹਨੂੰ ਪਿਆਰ ਕਰੀਦਾ, ਜਿਹੜੀ ਚੀਜ਼ ਆਪਣੀ ਹੋਵੇ ਉਹਦੀ ਸੰਭਾਲ ਕਰੀਦੀ ਹੈ। ਬੰਦਾ ਆਪਣੀ ਗੱਡੀ ਹੋਰ ਤਰੀਕੇ ਨਾਲ ਚਲਾਉਂਦਾ, ਕਿਸੇ ਦੀ ਮੰਗ ਵੀ ਗੱਡੀ ਲਈ ਹੋਵੇ ਉਹਦੀ ਡਰਾਈਵ ਹੋਰ ਤਰੀਕੇ ਨਾਲ ਕਰਦਾ, ਕਹਿੰਦਾ ਆਪਣੀ ਥੋੜ੍ਹੀ ਅਜੇ ਭੱਜ ਟੁੱਟ ਹੋ ਜਾਏ। ਆਪਣੀ ਗੱਡੀ ਨੂੰ ਸੰਭਾਲੀਦਾ, ਜੇ ਟੋਏ ਵਿੱਚ ਟਾਇਰ ਵੱਜੇ ਲੋਕ ਉੱਤਰ ਕੇ ਵੇਖਦੇ ਨੇ ਵੀ ਕਿਤੇ ਨੁਕਸਾਨ ਤਾਂ ਨਹੀਂ ਹੋ ਗਿਆ ਮੇਰੀ ਗੱਡੀ ਦਾ, ਕਿਉਂਕਿ ਆਪਣੀ ਹੈ ਭਾਈ। ਜੇ ਆਪਣੀਆਂ ਚੀਜ਼ਾਂ ਦੀ ਇੰਨੀ ਸੰਭਾਲ ਕਰਨਾ, ਲੋਕ ਰੈਂਟ 'ਤੇ ਕਿਰਾਏ 'ਤੇ ਰਹਿੰਦੇ ਨੇ, ਇੰਨੀ ਘਰ ਦੀ ਸੰਭਾਲ ਨਹੀਂ ਕਰਨਗੇ, ਆਪਣੇ ਘਰ ਦੀ ਸੰਭਾਲ ਕਰਦੇ ਨੇ। ਆਪਣੇ ਘਰ ਬੱਚਿਆਂ ਨੂੰ ਲੀਕਾਂ ਨਹੀਂ ਮਾਰਨ ਦਿੰਦੇ ਦੀਵਾਰ ਉੱਤੇ, ਕਿਉਂ? ਘਰ ਜੋ ਆਪਣੇ ਭਾਈ। ਆਪਣੀ ਚੀਜ਼ ਹਰੇਕ ਨੂੰ ਪਿਆਰੀ ਲੱਗਦੀ ਹੈ, ਆਪਣੀ ਚੀਜ਼ ਦੀ ਸੰਭਾਲ ਕਰੀਦੀ ਹੈ। ਇੱਦਾਂ ਮਹਾਰਾਜ ਕਹਿੰਦੇ ਰੱਬ ਦਾ ਨਾਮ ਵੀ ਆਪਣਾ ਸਮਝ ਕੇ ਜਪ, ਉਹਨੂੰ ਆਪਣਾ ਸਮਝ ਤੇ ਇੰਨੇ ਪਿਆਰ ਨਾਲ ਜਪ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀ ਹੋਏਗਾ? ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੁਣ ਹੋਏਗਾ ਕਿ ਮਨ ਤਨ ਪੈ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਭਾਈ ਤੇਰੇ ਤਨ ਮਨ ਦੇ ਰੋਗ ਉਤਰ ਜਾਣੇ, ਭਾਈ ਤੇਰੇ ਪ੍ਰਗਟ ਹੋ ਜਾਣੇ ਭਾਗ, ਤੇਰੇ ਜੀਵਨ ਚੋਂ ਪਾਪ ਮਿਟ ਜਾਣਗੇ। ਇਸ ਲਈ ਇਕੱਲਾ ਇਸ਼ਨਾਨ ਕਰਕੇ ਨਾ ਮੁੜੀ। ਜੇ ਖਾਲੀ ਇਸ਼ਨਾਨ ਕੀਤਾ ਫਿਰ ਤਾਂ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਅੱਗੇ ਮਹਾਰਾਜ ਕਹਿੰਦੇ ਵਾਸ ਕੀਓ ਵਖਿਆਨ ਸੋ ਬੈਠ ਕੇ। ਕੱਲਾ ਤੁਹਾਨੂੰ ਨਹੀਂ ਸਮਝਾਇਆ, ਸਾਨੂੰ ਵਖਿਆਨ ਕਰਨ ਵਾਲਿਆਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਭਾਈ ਐ ਨਾ ਸਮਝੇ ਵੀ ਮੈਨੂੰ ਇੰਨੇ ਸਾਲ ਹੋ ਗਏ ਵਖਿਆਨ ਕਰਦੇ ਆ। ਕਹਿੰਦੇ ਸਾਰੀ ਉਮਰ ਕਰੀ ਜਾਵੇ, ਇਹਦੇ ਨਾਲ ਕੀ ਹੁੰਦਾ? ਸਾਰੀ ਉਮਰ ਵਿਆਖਿਆ ਕਰੀ ਜਾਵੇ, ਪਰ ਜੇ ਪ੍ਰੇਮ ਨਾ ਪੈਦਾ ਹੋਇਆ ਉਨੀ ਦੇਰ ਰੱਬ ਨਹੀਂ ਮਿਲਦਾ, ਜਿੰਨੀ ਦੇਰ ਪ੍ਰੇਮ ਨਾ ਅੰਦਰ ਪੈਦਾ ਹੋਵੇ। ਨਾ ਰੱਬ ਧਿਆਨੀਆਂ ਨੂੰ ਮਿਲਦਾ, ਨਾ ਰੱਬ ਇਸ਼ਨਾਨੀਆਂ ਨੂੰ ਮਿਲਦਾ, ਨਾ ਰੱਬ ਗਿਆਨੀਆਂ ਨੂੰ ਮਿਲਦਾ। ਮਹਾਰਾਜ ਫਿਰ ਕਿਹਨੂੰ ਮਿਲਦਾ? ਸੁਣੋ ਹੁਣ ਹਜ਼ੂਰ ਕਹਿੰਦੇ ਵਾਸ ਕੀਓ ਵਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਨੂੰ ਇੱਕੋ ਭੇਟਾ ਚਾਹੀਦੀ ਹੈ, ਪ੍ਰੇਮ। ਜਿਨੀ ਤੂੰ ਸੇਵਿਆ ਭਾਓ ਕਰ, ਸੇ ਤੁਧ ਪਾਰ ਉਤਾਰਿਆ।
ਜਪਜੀ ਸਾਹਿਬ ਤੁਸੀਂ ਪੜ੍ਹੋਗੇ, ਜਿੱਥੇ ਮਹਾਰਾਜ ਕਹਿੰਦੇ ਗੁਰੂ ਨੂੰ ਭੇਟਾ ਇੱਕੋ ਹੀ ਚਾਹੀਦੀ ਹੈ, ਉਹ ਪ੍ਰੇਮ ਹੈ। ਭਾਉ ਤੋਂ ਬਗੈਰ ਉਹ ਬੋਲਦਾ ਨਹੀਂ ਹੈ, ਉਹਦੀ ਭਾਸ਼ਾ, ਉਹਦੀ ਲੈਂਗੁਏਜ, ਉਹਦੀ ਬੋਲੀ ਹੀ ਪ੍ਰੇਮ ਹੈ। ਉਹਨੂੰ ਪ੍ਰੇਮ ਨਾਲ ਕੋਈ ਪੁਕਾਰੇ ਤਾਂ ਸਾਧ ਸੰਗਤ ਉਹ ਵਾਹਿਗੁਰੂ ਕਹਿਣ ਨਾਲ ਵੀ ਮਿਲਦਾ ਹੈ, ਰਾਮ ਕਹਿਣ ਨਾਲ ਵੀ ਮਿਲਦਾ ਹੈ, ਅੱਲਾਹ ਕਹਿਣ ਨਾਲ ਵੀ ਮਿਲਦਾ ਹੈ। ਉਹਨੂੰ ਪ੍ਰੇਮ ਨਾਲ ਕੋਈ ਜਪੇ ਤਾਂ ਸਾਧ ਸੰਗਤ ਭਾਵੇਂ ਕੋਈ ਗੁਰੂ ਵਾ ਕਹੀ ਜਾਵੇ ਤਾਂ ਵੀ ਰੱਬ ਮਿਲ ਪੈਂਦਾ। ਅੱਖਰਾਂ ਦਾ ਕੋਈ ਰੌਲਾ ਨਹੀਂ ਹੈ। ਜਿੱਦਣ ਕੋਈ ਪ੍ਰੇਮ ਲੈ ਕੇ ਆਉਂਦਾ ਉਦਣ ਗੁਰੂ ਅੱਖਰਾਂ ਦਾ ਨਾਪ ਤੋਲ ਨਹੀਂ ਕਰਦਾ। ਇੱਕੋ ਹੀ ਭੇਟਾ ਹੈ ਪ੍ਰੇਮ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਭਾਉ ਮੀਨਿੰਗ ਪ੍ਰੇਮ। ਭਾਖਿਆ ਭਾਉ ਅਪਾਰ। ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਫਿਰ ਕਿ ਅੱਗੇ ਰੱਖੀ ਹੈ, ਕਿਹੜੀ ਚੀਜ਼ ਭੇਂਟ ਕਰੀਏ ਗੁਰੂ ਨੂੰ? ਫਿਰ ਕਿ ਅੱਗੇ ਰੱਖੀ ਹੈ। ਜਿਤ ਦਿਸੈ ਦਰਬਾਰ ਮੁਹ ਕੇ ਬੋਲਣ ਬੋਲੀਐ। ਜਿਤ ਸੁਣ ਧਰੇ ਪਿਆਰ। ਫਿਰ ਜਵਾਬ ਦਿੱਤਾ, ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਭਾਈ ਭਾਉ ਨਾਲ ਪ੍ਰੇਮ ਨਾਲ ਉਹਨੂੰ ਸਿਮਰ। ਅੰਮ੍ਰਿਤ ਵੇਲੇ ਉੱਠ ਕੇ ਉਹਦੀ ਕੀਰਤੀ ਵਡਿਆਈ ਕਰ। ਤਾਂ ਪ੍ਰੇਮ ਨਾਲ ਕਿਹਾ ਹੋਇਆ ਵਾਹਿਗੁਰੂ, ਗੁਰੂ ਉਸੇ ਵਕਤ ਪ੍ਰਵਾਨ ਕਰਦਾ। ਅੱਖਰਾਂ ਦਾ ਕੋਈ ਰੌਲਾ ਨਹੀਂ ਹੈ ਕਿ ਵਾਹਿਗੁਰੂ ਕਹਿਣਾ ਹੈ, ਵਾਹਿਗੁਰੂ ਕਹਿਣਾ ਹੈ, ਕਿਵੇਂ ਕਹਿਣਾ ਹੈ। ਸਾਹਿਬ ਕਹਿੰਦੇ ਨੇ ਪ੍ਰੇਮ ਨਾਲ ਕਹਿ। ਮੈਂ ਇੱਕ ਦਿਨ ਅੱਗੇ ਵੀ ਇੱਥੇ ਬੇਨਤੀ ਕੀਤੀ, 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਮਾਈ ਆਉਂਦੀ ਹੈ ਵਿਚਾਰੀ, ਉਹ ਇਸ ਤਰ੍ਹਾਂ ਇੰਨੀ ਨਰਵਸ ਹੋ ਗਈ ਅਰਦਾਸ ਕਰਨ ਲੱਗਿਆ, ਉਹਨੂੰ ਅੱਖਰ ਭੁੱਲ ਗਏ। ਤਾਂ ਉਹ ਭੁੱਲੇ ਅੱਖਰਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹੀ ਜਾਂਦੀ ਹੈ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਪਾਪੀ ਅਸੀਂ ਬਖਸ਼ਣਹਾਰ, ਮਹਾਰਾਜ ਤੁਸੀਂ ਮੰਗਤੇ ਅਸੀਂ ਦਾਤੇ, ਕਿਰਪਾ ਕਰੋ। ਤਾਂ ਉਹ ਸੇਵਾਦਾਰ ਨੇ ਉੱਠ ਕੇ ਹਲੂਣਾ ਦਿੱਤਾ। ਕਹਿੰਦੇ ਮਾਈ ਇਹ ਕੀ ਕਹੀ ਜਾਂਦੀ ਹੈ? ਡਰ ਗਈ ਵਿਚਾਰੀ। ਕਹਿੰਦੀ ਮਹਾਰਾਜ ਗਲਤੀ ਹੋ ਗਈ, ਗਲਤੀ ਹੋ ਗਈ। 6ਵੇਂ ਪਾਤਸ਼ਾਹ ਹੱਸ ਪਏ। ਕਹਿੰਦੇ ਨਹੀਂ, ਗਲਤੀ ਨਹੀਂ ਹੋਈ ਭਾਈ, ਤੂੰ ਅੰਦਰੋਂ ਭਾਵਨਾ ਨਾਲ ਬੀਬੀ ਬੋਲਿਆ। ਇਹ ਗੁਰੂ ਬਾਹਰਲੇ ਅੱਖਰਾਂ ਤੇ ਨਹੀਂ ਰੀਝਦਾ। ਜਦੋਂ ਤੂੰ ਇਦਾਂ ਵੀ ਕਹਿ ਰਹੀ ਸੀ, ਤੇਰਾ ਭਾਵ ਅੰਦਰੋਂ ਪ੍ਰੇਮ ਨਾਲ ਭਰਿਆ ਹੋਇਆ ਸੀ। ਬਾਹਰਲੇ ਅੱਖਰ ਨਹੀਂ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਕਈਆਂ ਦਾ ਇਹ ਹੁੰਦਾ, ਕਹਿੰਦੇ ਜੀ ਅਸੀਂ ਪਾਠ ਤਾਂ ਨਹੀਂ ਕਰੀਦਾ, ਸੰਥਿਆ ਨਹੀਂ ਲਈ ਹੋਈ, ਡਰ ਲੱਗਦਾ ਕਿਤੇ ਗਲਤ ਹੀ ਨਾ ਹੋ ਜਾਏ, ਕਿਤੇ ਅਸੀਂ ਪਾਪਾਂ ਦੇ ਭਾਗੀ ਨਾ ਬਣ ਜਾਈਏ। ਸਾਧ ਸੰਗਤ ਮਾਫ ਕਰਿਓ, ਇਹ ਸਿਰਫ ਬੰਦਾ ਇੱਕ ਬਹਾਨਾ ਬਣਾਉਂਦਾ ਵੀ ਮੈਂ ਪਾਠ ਤਾਂ ਨਹੀਂ ਕਰਦਾ, ਕਿਤੇ ਗਲਤੀ ਨਾ ਹੋ ਜਾਏ। ਗੁਰੂ ਨੂੰ ਗਲਤੀ ਨਾਲ ਕੋਈ ਮਤਲਬ ਨਹੀਂ। ਗੁਰੂ ਤਾਂ ਪ੍ਰੇਮ ਨਾਲ ਚਾਹੁੰਦਾ। ਤੂੰ ਪ੍ਰੇਮ ਨਾਲ ਜਪ, ਸੁਣ ਸੁਣ ਕੇ ਆਪੇ ਸ਼ੁੱਧ ਹੋ ਜਾਏਗਾ। ਜਿਹੜੇ ਪਾਤਸ਼ਾਹ ਦਾ ਪੁਰਬ ਮਨਾ ਰਹੇ ਹੋ ਸਾਧ ਸੰਗਤ, ਉਹ ਗੁਰੂ ਤਾਂ ਸਿਰ ਤੇ ਸਮਰੱਥ ਗੁਰੂ ਹੱਥ ਧਰਦਾ, ਛਟੀ ਧਰਦੇ ਆ ਸਾਰ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਧਰਮ ਕੀ ਹੁੰਦਾ, ਉਹਦੇ ਸਿਰ ਤੇ ਛਟੀ ਧਰ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਅਰਥ ਕਰਾ ਦਿੱਤੇ। ਜਿਹਨੂੰ ਕਹਿੰਦੇ ਸਨ ਇਹਨੂੰ ਆਉਂਦਾ ਨਹੀਂ ਕੁਝ, ਉਹ ਮੂਰਖ ਨੂੰ ਗੁਰੂ ਨੇ ਪੰਡਤ ਬਣਾ ਦਿੱਤਾ ਇੱਕ ਪਲ। ਇਸ ਲਈ ਇਸ ਘਰ ਵਿੱਚ ਨਾ ਕੋਈ ਰਿਜ਼ਰਵੇਸ਼ਨ ਹੈ ਕਿ ਇੰਨੇ ਸਾਲ ਹੋ ਗਏ ਜੀ, ਨਾ ਕੋਈ ਇਸ ਗੱਲ ਦੀ ਸਨਿਓਟੀ ਹੈ। ਇੱਕੋ ਚੀਜ਼ ਗੁਰੂ ਅੱਗੇ ਭੇਂਟ ਕਰਨੀ ਪੈਂਦੀ, ਉਹਨੂੰ ਕਹਿੰਦੇ ਨੇ ਪ੍ਰੇਮ ਭਾਉ। ਭਾਉ ਕਰਮ ਕਰ ਜੰਮ ਸੀ ਸੇ ਘਰ ਭਾਗਠ ਦੇਖ। ਉਹ ਹਿਰਦੇ ਦਾ ਘਰ ਭਾਗਾਂ ਵਾਲਾ ਹੋ ਜਾਂਦਾ ਜਿੱਥੇ ਭਾਉ ਪੈਦਾ ਹੋ ਜਾਏ, ਜਿੱਥੇ ਪ੍ਰੇਮ ਪੈਦਾ ਹੋ ਜਾਏ। ਇਸ ਲਈ ਸਾਧ ਸੰਗਤ ਇੱਥੇ 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣ ਗਏ। ਕਈਆਂ ਨੂੰ ਸ਼ੰਕਾ ਪੈਦਾ ਹੋਇਆ, ਇੰਨਾ ਛੋਟਾ ਗੁਰੂ ਕਿਵੇਂ ਹੋ ਸਕਦਾ ਹੈ? ਕਈਆਂ ਨੇ, ਕਿਉਂਕਿ ਈਰਖਾ ਕਰਨ ਵਾਲੇ ਵੀ ਹੁੰਦੇ, ਬਹੁਤਿਆਂ ਨੇ ਕਹਿ ਦਿੱਤਾ ਲਓ ਜੀ ਛੋਟਾ ਜਿਹਾ ਬੱਚਾ ਜਿਹਾ ਗੱਦੀ ਤੇ ਬਿਠਾ ਦਿੱਤਾ। ਹੁਣ 5 ਸਾਢੇ 5 ਸਾਲ ਦੀ ਕੀ ਉਮਰ ਹੈ? ਸ਼ੰਕਾ ਪੈਦਾ ਹੋ ਗਿਆ। ਸਾਧ ਸੰਗਤ ਕੱਲ ਵੀ ਮੈਂ ਬੇਨਤੀ ਕਹੀ, ਸ਼ੰਕਾ ਹੋਣਾ ਨਹੀਂ ਚਾਹੀਦਾ, ਪਰ ਜੇ ਕੋਈ ਸ਼ੰਕਾ ਹੋਵੇ ਉਹ 2 ਕਾਰਨ ਨੇ, ਉਹਦੇ ਵਿੱਚ ਅਰਦਾਸ ਕਰੀਏ ਤਾਂ ਸ਼ੰਕਾ ਦੂਰ ਹੁੰਦਾ, ਪਰ ਸ਼ੰਕੇ ਵਿੱਚ ਈਰਖਾ ਨਾ ਹੋਵੇ। ਇੱਕ ਨੁਕਤਾ ਕਈ ਵਾਰ ਬਹੁਤ ਲੋਕ ਤੁਸੀਂ ਸੁਣਦੇ ਹੋ, ਕਹਿੰਦੇ ਜੀ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਅੰਧ ਭਗਤ ਨਹੀਂ ਬਣਨਾ ਚਾਹੀਦਾ, ਅੰਧ ਵਿਸ਼ਵਾਸ ਮਾੜਾ ਹੈ। ਵਾਕਿਆ ਹੀ ਅੰਧ ਵਿਸ਼ਵਾਸ ਮਾੜਾ ਹੈ, ਅੰਧ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਪਰ ਜਦੋਂ ਤੁਸੀਂ ਧਰਮ ਕਮਾਉਣਾ ਨਾ, ਉਦੋਂ ਅੰਧ ਵਿਸ਼ਵਾਸ ਹੀ ਚਾਹੀਦਾ। ਅੰਧ ਵਿਸ਼ਵਾਸ ਤੋਂ ਬਗੈਰ ਤੁਸੀਂ ਧਰਮ ਨਹੀਂ ਕਮਾ ਸਕੋਗੇ। ਧਰਮ ਦੀ ਕਮਾਈ ਕਰਨੀ ਹੈ, ਅੰਧ ਵਿਸ਼ਵਾਸ ਚਾਹੀਦਾ, ਪਰ ਇੱਕ ਸ਼ਰਤ ਹੋਣੀ ਚਾਹੀਦੀ ਹੈ। ਇਹ ਯਾਦ ਰੱਖਿਓ, ਅੰਧ ਵਿਸ਼ਵਾਸ ਕਰਨਾ ਚਾਹੀਦਾ
पर जिहदे उत्ते विश्वास कर रहे हो वो अन्ना नहीं होना चाहिए। जिहदे उत्ते विश्वास किया उही अन्ना होवे फिर डुब जाएंगे। पूरा गुरु होना चाहिए। अंध विश्वास करो पर जिहदे उत्ते विश्वास किया वो अन्ना ना होवे किते, क्योंकि उन्हें आप डुब जाना, चेलियां नूं भी डोब लेना। इसलिए जदों गुरु दे मार्ग ते तुरने उदों साध संगत जो गुर कहे सोई भल मानो, मोरे कोई आर्गूमेंट नहीं करना भी आ किवें हो सकदा है जी, ये किवें हो सकदा है। इहनूं कहंदे ने शंका। जे तर्क करके शंका करके ईर्खा करके कोई गुरु तो दूर हो जाए उन्होंने गुरु नेड़े नहीं करता। पर जे कोई ऊँ सुभावक शंका पैदा होवे तो साध संगत रात भी आप इत्थे कथा छड्डी सी भी की करना चाहिए। जे शंका पैदा हो जाए तो सिख नूं की करना चाहिए। शंका जिन्हों बाणी अंदर कहा सहसा भरम भी ये हो सकता इस तरह, ਉਹਦੇ ਉੱਤੇ ਸਹਿਸਾ पैदा हो गया। ਜਦੋਂ ਜਿੱਥੇ ਸ਼ੰਕਾ पैदा हो जाए ਉੱਥੇ ਮੈਲ पैदा हो ਜਾਂਦੀ ਹੈ। ਜਿਹਦੇ ਪ੍ਰਤੀ ਤੁਹਾਨੂੰ ਸ਼ੱਕ ਪੈਦਾ ਹੋ ਜਾਏ ਉਹਦੇ ਪ੍ਰਤੀ ਤੁਸੀਂ ਮੈਲਾ ਸੋਚਣ ਲੱਗ ਪੈਂਦੇ ਹੋ। ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਹੋ ਗਈ ਵੀ ਬੰਦਾ ਗਲਤ ਹੈ, ਉਹਦੇ ਬਾਰੇ ਤੁਸੀਂ ਮੈਲਾ ਸੋਚੋਗੇ, ਰਿਸਪੈਕਟ ਘਟ ਜਾਏਗੀ ਅੰਦਰ, ਉਹਦੇ ਪ੍ਰਤੀ ਮੈਲੇ ਵਿਚਾਰ ਸ਼ੁਰੂ ਹੋ ਜਾਣਗੇ, ਉਹਦੇ ਨਾਲ ਰਿਸ਼ਤਾ ਕਮਜ਼ੋਰ ਹੋ ਜਾਏਗਾ। पातशाह ने कहा भाई जे तेरा गुरु नाल सहसा बन लग जाए, शंका बन लग जाए, फिर सिखा तेनों की करना चाहिए? दो चीज़ों का ध्यान रख। सब तो पहला शंका दूर करने लई तैनूं गुरु का नाम जपना पैना, अभ्यास करना पैना। जिन्नी देर नाम नहीं जपोगे मन की मैल नहीं उतरेगी। नाम जपन लग जाएंगे मन की मैल उतर जाएगी। मन की मैल उतरेगी तुहाडे शंके दूर होण लग पैणगे। ਇਹਨੂੰ ਤੁਸੀਂ ਰੋਜ਼ ਹੀ ਨਿਤਨੇਮ ਵਿੱਚ ਪੜ੍ਹਦੇ ਹੋ। ਜਿੱਥੇ ਮਹਾਰਾਜ ਕਹਿੰਦੇ ਸਹਸੇ ਜਿਉ ਮਲੀਨ ਹੈ, ਪੜੋ ਸਹਸੇ ਜਿਉ ਮਲੀਨ ਹੈ। ਸ਼ੰਕਾ ਪੈਦਾ ਹੋਇਆ, ਮਲੀਨ ਹੋ ਗਿਆ, ਮੈਲਾ ਹੋ ਗਿਆ। ਸਹਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਜਵਾਬ ਦਿੱਤਾ ਮਨ ਧੋਵੋ ਸ਼ਬਦ ਲਾਗੋ, हर स्यों रहो चित लाए। भाई शंका दूर करने पहला गुरु का नाम जप, वाहिगुरु 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 वाहिगुरु। तेरे मन की महल उतरे, फिर मन की महल उतरन तो बाद शंका दूर होना। नहीं तो मन में मैला है तो फिर साध संगत जो मर्जी सामने होवे उहदे प्रति शंका नहीं दूर हुंदा। जे मन मैला है, इनू महाराज ने कहा सब कुछ मैला। जे मन जियो मलीन हो गया फिर सब कुछ मैला ही मैला नजर आएगा। मन मैला, सब कुछ मैला। तन धोता है, मन हच्छा ना होए, मन च मलीनता पैदा हो गई, जो देख रहे हो वो मैला नजर आएगा। जिन्ने रिश्ते नज़र आउणगे तुहाडीआं अखां उहदी गलत व्याख्या करनगीआं। जदों मन मलीन है, हर एक चीज़ उत्ते साध संगत शंका पैदा हुंदा है, फिर हर एक रिश्ते उत्ते शक पैदा हुंदी है, मन मलीन हो जाता है, व्याख्या गलत हो जाती है। कोई बंदा चंगा ही काम कर रहा वो भी तुहानूं चंगा नहीं लगेगा, क्योंकि मन मैला हो गया। हर थां ते वो कुछ दिसना। पातशाह ने वचन कहे पहली गल, जे तू शंका दूर करना चाहुंदा फिर शर्त है नाम जप सतनाम श्री वाहिगुरु वाहिगुरु वाहिगुरु। तेरे मन का शंका उतर जाएगा। दूसरा कारण, जे तू शंका दूर करना है फिर अपने समर्थ गुरु अगे अरदास करी, महाराज इस गल का मैनू शंका पैदा हो गया है, कृपा करो मेरा सहसा दूर करो, मेरा शंका दूर करो, मेरे मन विचों शंका उतर जाए, मेरी मैल मन की उतर जाए। इनू पातशाह ने बाणी अंदर बचन कहा, मत को भरम भुले संसार, गुरबिन कोई न उतरस पार। भूले मार्ग जिने बताया, ऐसा गुर वड भागी पाया। सिमर मना राम नाम चितारे, वस रहे हृदय गुर चरण प्यारे। भुले होए नूं गुरु ने मार्ग पा देना, पर तू हाथ जोड़ के अरदास करी, महाराज मेरा शंका दूर करो।
ਫਿਰ ਗੁਰੂ ਤੇਰਾ ਸ਼ੰਕਾ ਰਹਿਣ ਨਹੀਂ ਦੇਗਾ। ਫਿਰ ਗੁਰੂ ਦੀ ਵਡਿਆਈ ਵਿੱਚ ਮਹਾਰਾਜ ਨੇ ਕਿਹਾ ਫੁੱਟੋ ਅੰਡਾ ਭਰਮ ਕਾ, ਜਿਹੜਾ ਬੀਜ ਅੰਦਰ ਪੈਦਾ ਹੋ ਰਿਹਾ ਨਾ ਭਰਮ ਦਾ, ਸ਼ੰਕੇ ਦਾ, ਕਹਿੰਦੇ ਉਹ ਟੁੱਟ ਜਾਣਾ, ਉਹਨੇ ਫਿਰ ਅੱਗੇ ਨਹੀਂ ਵਧਣਾ, ਉਹਦੇ ਵਿੱਚੋਂ ਫਿਰ ਹੋਰ ਨਹੀਂ ਕੁਝ ਪੈਦਾ ਹੋਏਗਾ। ਇੱਥੇ ਅੰਡਾ ਸ਼ਬਦ ਇਸ ਲਈ ਵਰਤਿਆ, ਬੀਜ ਨਾਲ ਸੰਬੰਧਿਤ ਹੈ। ਤੁਸੀਂ ਵੇਖੋਗੇ ਜੇ ਅੰਡਾ ਫੁੱਟ ਜਾਏ, ਉਹਦੇ ਵਿਚਲਾ ਬੱਚਾ ਜਿਹੜਾ ਹੈ ਉਹ ਨਾਲ ਹੀ ਛੋਟਾ ਜਿਹਾ ਮਰ ਜਾਂਦਾ, ਨਹੀਂ ਤਾਂ ਉਹ ਜੇ ਨਾ ਫੁੱਟੇ ਫਿਰ ਉਹਦੇ ਵਿੱਚੋਂ ਆਪਣੇ ਆਪ ਹੋਰ ਵੱਧਦਾ, ਔਰ ਉਹ 'ਚੋਂ ਪ੍ਰਗਟ ਹੋਈ ਚੀਜ਼ ਫਿਰ ਫੈਲਦੀ ਹੈ, ਵੱਡੀ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨੇ ਭਾਈ ਤੇਰੇ ਮਨ 'ਚ ਸ਼ੰਕੇ ਦਾ ਬੀਜ ਪੈਦਾ ਹੋ ਗਿਆ, ਅਰਦਾਸ ਕਰੋ ਟੁੱਟ ਜਾਏ, ਕਿਤੇ ਇਹ ਨਾ ਹੋਵੇ ਹੋਰ ਵੱਧ ਜਾਏ। ਜੇ ਗੁਰੂ ਅੱਗੇ ਅਰਦਾਸ ਕਰੇਗਾ ਫਿਰ ਕੀ ਹੋਏਗਾ? ਫੁੱਟੋ ਅੰਡਾ ਭਰਮ ਕਾ, ਮਨੇ ਪਿਆ ਪਰਗਾਸ, ਗੁਰ ਕਾਟੀ ਵੇੜੀ ਪਗੈ ਤੇ, ਕਿੰਨੀ ਬੰਦ ਖਲਾਸ। ਤੇਰੀ ਗੁਰੂ ਨੇ ਖਲਾਸੀ ਕਰਾ ਦੇਣੀ ਹੈ, ਮੁਕਤੀ ਹੋ ਜਾਣੀ ਹੈ ਇਸ ਸ਼ੰਕੇ ਤੋਂ, ਭਰਮ ਤੋਂ। ਪਰ ਪਹਿਲਾਂ ਗੁਰੂ ਅੱਗੇ ਅਰਦਾਸ ਕਰੀ, ਮਹਾਰਾਜ ਮੇਰਾ ਸ਼ੰਕਾ ਦੂਰ ਕਰੋ। ਇੱਕ ਗੁਰੂ ਦੇ ਕੀਰਤਨੀਏ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਹਜ਼ੂਰੀ ਕੀਰਤਨੀਏ ਨੇ, ਮੈਂ ਕੱਲ ਵੀ ਬੇਨਤੀ ਕਹੀ, ਇਸ ਰੋਗ ਦਾ ਤੁਹਾਡੇ ਵਿੱਚ ਤੁਸੀਂ ਵੀ ਰੋਗੀ ਹੋ ਸਕਦੇ, ਮੈਂ ਵੀ ਰੋਗੀ ਹੋ ਸਕਦਾ। ਇਹ ਮਨ ਦਾ ਰੋਗ ਤੁਹਾਨੂੰ ਵੀ ਹੋ ਸਕਦਾ, ਇਹ ਮਨ ਦਾ ਰੋਗ ਸੁਣਾਉਣ ਵਾਲੇ ਨੂੰ ਵੀ ਹੋ ਸਕਦਾ। ਉਹਦੇ ਵਾਸਤੇ ਹੱਲ ਇੱਕੋ ਹੀ ਹੈ, ਇੱਕ ਨਾਮ ਜਪੇ, ਦੂਜਾ ਗੁਰੂ ਅੱਗੇ ਅਰਦਾਸ ਕਰੇ। ਨਾਮ ਜਪਣ ਨਾਲ ਮੈਲ ਉਤਰੇਗੀ, ਅਰਦਾਸ ਕਰਨ ਨਾਲ ਸ਼ੰਕੇ ਦਾ, ਭਰਮ ਦਾ ਅੰਡਾ ਟੁੱਟ ਜਾਂਦਾ ਹੈ। ਇਸ ਲਈ ਸਾਧ ਸੰਗਤ ਅਰਦਾਸ ਜ਼ਰੂਰੀ ਹੈ। ਉਹ ਗੁਰੂ ਦੇ ਕੀਰਤਨੀਏ, ਉਹਨਾਂ ਮੈਨੂੰ ਦੱਸਿਆ, ਕਹਿੰਦੇ ਭਾਈ ਸਾਹਿਬ ਜੀ ਮੇਰੇ ਮਨ 'ਚ ਨਾ ਕਿਸੇ ਦੂਜੇ ਕੀਰਤਨੀਏ ਦੇ ਪ੍ਰਤੀ ਸ਼ੰਕਾ ਪੈਦਾ ਹੋ ਗਿਆ, ਉਹਦੇ ਉੱਤੇ ਸ਼ੱਕ ਪੈਦਾ ਹੋ ਗਿਆ। ਕਹਿੰਦੇ ਉਹ ਸ਼ੱਕ ਇੰਨੀ ਵੱਧ ਗਈ ਵੀ ਹੁਣ ਉਹ ਮੈਨੂੰ ਚੰਗਾ ਨਹੀਂ ਲੱਗ ਰਿਹਾ ਹੈ। ਉਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਕੀਰਤਨੀਏ, ਕਹਿੰਦੇ ਉਹ ਮੈਨੂੰ ਚੰਗਾ ਨਹੀਂ ਲੱਗ ਰਿਹਾ। ਜਦੋਂ ਉਹਦੀ ਡਿਊਟੀ ਕੀਰਤਨ ਦੀ ਹੁੰਦੀ ਹੈ, ਲੋਕੀ ਕਹਿੰਦੇ ਨੇ ਸ਼ਬਦ ਬਹੁਤ ਸੋਹਣੇ ਪੜ੍ਹਦੇ ਨੇ, ਪਰ ਮੈਨੂੰ ਉਹ ਜ਼ਹਿਰ ਨਜ਼ਰ ਆਉਂਦਾ। ਸ਼ੰਕਾ ਜੋ ਅੰਦਰ ਪੈਦਾ ਹੋ ਗਿਆ। ਕਹਿੰਦੇ ਭਾਈ ਸਾਹਿਬ ਜੀ ਮੈਂ ਉਹਦੀ ਨਿੰਦਿਆ ਕਰਨਾ ਲੋਕਾਂ ਕੋਲ, ਜਦੋਂ ਉਹਦਾ ਕੋਈ ਗੱਲਬਾਤ ਹੋਣੀ ਤੇ ਮੈਂ ਕਹਿਣਾ ਵੀ ਉਹਦੇ ਬਾਰੇ ਨਿੰਦਿਆ ਦੇ ਸ਼ਬਦ ਬੋਲਣੇ, ਕਿਉਂਕਿ ਉਹਦੇ ਪ੍ਰਤੀ ਸ਼ੰਕਾ ਹੈ। ਕਹਿੰਦੇ ਸ਼ੰਕਾ ਇਹ ਸਹਿਸਾ ਵੱਧਦਾ ਗਿਆ ਤਾਂ ਕਈ ਵਾਰ ਦਰਬਾਰ ਸਾਹਿਬ ਤੋਂ ਇੱਧਰ ਉੱਧਰ ਉਹਦੀ ਡਿਊਟੀ ਦੂਜੇ ਸਥਾਨ ਤੇ ਪਈ, ਮੇਰਾ ਮਨ ਖੁਸ਼ ਹੋਣਾ, ਇਹਨੂੰ ਹਟਾ ਦਿੱਤਾ, ਉਹਨੇ ਫਿਰ ਲੱਗ ਜਾਣਾ। ਕਹਿੰਦੇ ਉਹ ਲੱਗਣ ਤੋਂ ਬਾਅਦ ਫਿਰ ਮਨ ਦੁਖੀ ਹੋ ਜਾਣਾ, ਇਹਨੂੰ ਫਿਰ ਡਿਊਟੀ ਮਿਲ ਗਈ। ਅਖੀਰ ਮਨ ਇੰਨਾ ਰੋਗੀ ਹੋ ਗਿਆ। ਨਿਤਨੇਮ ਕਰਨ ਵਾਲਾ ਉਹ ਗੁਰੂ ਦਾ ਕੀਰਤਨੀ ਹੈ, ਗੁਰੂ ਦੇ ਦਰਬਾਰ ਵਿੱਚ ਕੀਰਤਨ ਦੀ ਹਾਜ਼ਰੀ ਭਰਨ ਵਾਲੇ। ਕਹਿੰਦੇ ਭਾਈ ਸਾਹਿਬ ਜੀ ਫਿਰ ਮੈਂ ਇੱਕ ਦਿਨ ਅਰਦਾਸ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ, ਪਾਤਸ਼ਾਹ ਉਹ ਕੀਰਤਨੀਆਂ ਦੇ ਪ੍ਰਤੀ ਮੇਰੇ ਮਨ 'ਚ ਇੰਨਾ ਸ਼ੰਕਾ, ਸਹਿਸਾ, ਮਲੀਨਤਾ, ਬੁਰੇ ਖਿਆਲ ਆਉਂਦੇ ਨੇ, ਮਹਾਰਾਜ ਕਿਰਪਾ ਕਰੋ ਮੇਰਾ ਸ਼ੰਕਾ ਦੂਰ ਕਰੋ, ਮਹਾਰਾਜ ਕਿਰਪਾ ਕਰੋ ਮੈਨੂੰ ਇਸ ਨਿੰਦਿਆ ਦੇ ਭਰਮ ਤੋਂ, ਸ਼ੰਕੇ ਤੋਂ ਬਚਾਓ। ਇਹ ਸਹਿਸੇ ਨਾਲ ਮੇਰਾ ਮਨ ਮਲੀਨ ਹੋ ਰਿਹਾ ਹੈ, ਮੈਨੂੰ ਉਹ ਵੀ ਨਹੀਂ ਚੰਗਾ ਲੱਗਦਾ, ਜਿਹਦੀ ਉਹਦੀ ਸਿਫਤ ਕਰੇ ਉਹ ਬੰਦਾ ਵੀ ਨਹੀਂ ਚੰਗਾ ਲੱਗਦਾ। ਕਈ ਵਾਰ ਜੈਲਸੀ ਇੰਨੀ ਵੱਧ ਜਾਂਦੀ ਹੈ, ਜਿਹੜੇ ਬੰਦੇ ਦੇ ਪ੍ਰਤੀ ਸਾਡੇ ਅੰਦਰ ਸ਼ੰਕਾ ਹੈ, ਸਹਿਸਾ ਹੈ, ਸ਼ੱਕ ਹੈ, ਉਹ ਤਾਂ ਸਾਨੂੰ ਚੰਗਾ ਲੱਗਦਾ ਹੀ ਨਹੀਂ। ਜੇ ਕੋਈ ਉਹਦੀ ਵੀ ਗੱਲ ਕਰੇ ਉਹ ਵੀ ਨਹੀਂ ਚੰਗਾ ਲੱਗਦਾ, ਇਹ ਉਹਦੀ ਗੱਲ ਕਿਉਂ ਕਰ ਰਿਹਾ। ਉਹਦੇ ਨਾਲ ਕੋਈ ਗੱਲ ਕਰੇ, ਉਹਦੀ ਮਦਦ ਕਰਨ ਵਾਲਾ ਨਹੀਂ ਚੰਗਾ ਲੱਗਦਾ। ਤਾਂ ਉਹ ਕਹਿੰਦਾ ਰੋਗ ਵੱਧ ਗਿਆ। ਫਿਰ ਮੈਂ ਅਰਦਾਸ ਕੀਤੀ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ। ਤੇ ਕਹਿੰਦੇ ਗੁਰੂ ਨੇ ਇੰਨੀ ਨਜ਼ਰ ਕੀਤੀ, ਕਹਿੰਦੇ ਭਾਈ ਸਾਹਿਬ ਜੀ ਰਾਤ ਸੁਪਨੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਨੂੰ ਦਰਸ਼ਨ ਦਿੱਤੇ। ਸੁਪਨੇ ਵਿੱਚ ਆ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਭਾਈ ਉਹਦੇ ਉੱਤੇ ਸ਼ੰਕਾ ਨਾ ਕਰਿਆ ਕਰ, ਉਹ ਪਿਛਲੇ ਪੂਰਵਲੇ ਜਨਮ ਵਿੱਚ ਤਪੱਸਿਆ, ਭਗਤੀ, ਬੰਦਗੀ ਕਰਕੇ, ਨਾਮ ਜਪ ਕੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਘਰ ਦਾ ਕੀਰਤਨੀਆ ਬਣਿਆ। ਜੰਗਲਾ ਟੱਪ ਕੇ ਅੰਦਰ ਬਹਿਣ ਵਾਲੇ ਦੀ ਪਿਛਲੇ ਜਨਮ ਦੀ ਵੀ ਬੰਦਗੀ ਹੁੰਦੀ ਹੈ। ਆਪਾਂ ਮੱਥਾ ਟੇਕਣ ਜਾਂਦੇ, ਜੇ ਭਾਗ ਵੱਡੇ ਹੋਣ ਤਾਂ ਅੰਦਰ ਜਾਈਦਾ। ਤੁਹਾਡੇ ਜਾਂਦਿਆਂ ਨੂੰ 2-2.5 ਘੰਟੇ ਦੀ ਲੰਬੀ ਲਾਈਨ ਲੱਗੀ ਹੋਵੇ, ਆਪਾਂ ਬਾਹਰੋਂ ਪਰਿਕਰਮਾ 'ਚੋਂ ਆ ਜਾਈਦਾ। ਦਰਬਾਰ ਸਾਹਿਬ ਮੱਥਾ ਟੇਕਣਾ ਬਹੁਤ ਵੱਡੇ ਭਾਗ, ਪਰ ਸਾਧ ਸੰਗਤ ਉਹ ਜੰਗਲਾ ਅੰਦਰ ਲੰਘ ਕੇ ਕਿਸੇ ਨੇ ਬਹਿ ਕੇ ਕੀਰਤਨ ਸੁਣਾਉਣਾ, ਕਿਸੇ ਨੇ ਅੰਦਰ ਬਹਿਣਾ, ਉਹ ਤਾਂ ਪੂਰਵਲੇ ਜਨਮਾਂ ਦੀ ਕਿੰਨੀ ਭਗਤੀ ਬੰਦਗੀ ਹੋਈ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੇ ਸੁਪਨੇ ਵਿੱਚ ਆ ਕੇ ਭਰਮ ਦੂਰ ਕੀਤਾ, ਭਾਈ ਇਹ ਪਿਛਲੇ ਜਨਮ ਦਾ ਬੰਦਗੀ ਕਰਨ ਵਾਲਾ ਸਿੱਖ ਹੈ।
ਇਹਨੇ ਦਾਤ ਮੰਗੀ ਹੈ ਤਾਂ ਇਹਨੂੰ ਕੀਰਤਨ ਦੀ ਦਾਤ ਮਿਲੀ ਹੈ, ਇਹਦੀ ਨਿੰਦਿਆ ਨਾ ਕਰਿਆ ਕਰ। ਬਸ ਇੰਨੀ ਗੱਲ ਗੁਰੂ ਨੇ ਰਾਤੀ ਸੁਪਨੇ ਵਿੱਚ ਕਹਿ ਦਿੱਤੀ। ਉਹ ਕਹਿੰਦੇ ਭਾਈ ਸਾਹਿਬ ਜੀ, ਅਗਲੇ ਦਿਨ ਜਦੋਂ ਮੈਂ ਦਰਬਾਰ ਸਾਹਿਬ ਡਿਊਟੀ ਕਰਨ ਗਿਆ, ਸਾਹਮਣੇ ਉਹ ਕੀਰਤਨੀਏ ਆ ਰਹੇ ਸੀ। ਕਹਿੰਦੇ ਉਦਣ ਮੈਂ ਹੱਥ ਜੋੜ ਕੇ ਅੱਖਾਂ ਭਰ ਕੇ ਰੋ ਕੇ ਉਹਦੇ ਸਾਹਮਣੇ ਕਿਹਾ, ਮੇਰੀ ਗਲਤੀ ਭੁੱਲ ਬਖਸ਼ ਦਿਓ ਭਾਈ ਸਾਹਿਬ। ਉਹਨੂੰ ਹੱਥ ਜੋੜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਉਸ ਦਿਨ ਤੋਂ ਮੇਰੇ ਮਨ 'ਚ ਈਰਖਾ ਮੁੱਕ ਗਈ। ਉਸ ਦਿਨ ਤੋਂ ਮੇਰੇ ਮਨ ਵਿੱਚ ਉਹਦੇ ਪ੍ਰਤੀ ਕੋਈ ਗੱਲ ਨਹੀਂ ਰਹੀ। ਸੋ ਸ਼ੰਕਾ ਦੂਰ ਕਰਨਾ ਹੋਵੇ, ਦੋ ਗੱਲਾਂ ਨੇ, ਇੱਕ ਨਾਮ ਜਪੇ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ। ਤੇ ਦੂਜਾ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਫਲਾਣੇ ਦੇ ਪ੍ਰਤੀ ਮੇਰੇ ਮਨ 'ਚ ਈਰਖਾ ਸ਼ੰਕਾ ਸਹਿਸਾ ਹੈ, ਉਹਨੂੰ ਦੂਰ ਕਰੋ। ਜੇ ਕਿਸੇ ਗੱਲੋਂ ਗੁਰੂ ਤੇ ਸ਼ੱਕ ਹੋ ਜਾਏ ਵੀ ਖਬਰਿਆ ਮੇਰਾ ਕੰਮ ਹੋਣਾ, ਖਬਰਿਆ ਨਹੀਂ ਹੋਣਾ, ਖਬਰਿਆ ਸੁਣਦੇ ਨੇ, ਖਬਰਿਆ ਨਹੀਂ ਸੁਣਦੇ, ਕਹਿੰਦੇ ਤਾਂ ਵੀ ਗੁਰੂ ਅੱਗੇ ਅਰਦਾਸ ਕਰ, ਮਹਾਰਾਜ ਮੈਨੂੰ ਦਾਤ ਬਖਸ਼ੋ, ਤੁਹਾਡੇ ਉੱਤੇ ਭਰੋਸਾ ਬਣਾਵੇ। ਇਹ ਸਾਧ ਸੰਗਤ ਪੰਥ ਨੇ ਇੱਕ ਪਹਿਰਾ ਸ਼ਾਮਲ ਕੀਤਾ ਅਰਦਾਸ ਵਿੱਚ। ਜਦੋਂ ਤੁਸੀਂ ਅਰਦਾਸ ਕਰੋਗੇ, ਅਰਦਾਸੀਆ ਜਦੋਂ ਅਰਦਾਸ ਗੁਰੂ ਚਰਨਾਂ ਵਿੱਚ ਕਰਦਾ, ਇਹ ਪਹਿਰਾ ਸ਼ਾਮਲ ਕੀਤਾ ਗਿਆ ਪੰਥ ਵਿੱਚ। ਜਿੱਥੇ ਗੁਰੂ ਕੋਲੋਂ ਮੰਗਿਆ ਜਾਂਦਾ, ਮਹਾਰਾਜ ਕਿਰਪਾ ਕਰੋ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਅੱਗੇ ਭਰੋਸਾ ਦਾਨ। ਮਹਾਰਾਜ ਮੈਨੂੰ ਭਰੋਸਾ ਬਖਸ਼ੋ, ਮੇਰਾ ਅੰਦਰੋਂ ਵਿਸ਼ਵਾਸ ਭਰੋਸਾ ਨਾ ਡੋਲੇ। ਕਿਉਂਕਿ ਗੁਰੂ ਨੇ ਲਿਖਤੀ ਕਿਹਾ ਕਿ ਜਾਗੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭਾਈ ਤਤ ਗਿਆਨ ਉਸੇ ਵਕਤ ਪ੍ਰਗਟ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ। ਅਰਦਾਸ ਵਿੱਚ ਮੰਗਣਾ, ਮਹਾਰਾਜ ਭਰੋਸਾ ਦਾਨ ਬਖਸ਼ੋ। ਉਸ ਤੋਂ ਬਾਅਦ ਫਿਰ ਦਾਨ ਮੰਗਿਆ, ਦਾਨਾ ਸਰਦਾਨ ਨਾਮ ਦਾਨ। ਗੁਰੂ ਕੋਲੋਂ ਨਾਮ ਦਾ ਦਾਨ ਮੰਗ, ਗੁਰੂ ਦਾ ਦਿੱਤਾ ਸ਼ਬਦ ਤੇਰਾ ਮਨ ਜਪ ਸਕੇ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਗੁਰੂ ਕੋਲੋਂ ਮੰਗ, ਤੇਰਾ ਮਨ ਨਾਮ ਜਪ ਸਕੇ, ਚਾਓ ਨਾਲ ਤੇ ਭਾਓ ਨਾਲ, ਦੋ ਚੀਜ਼ਾਂ, ਪ੍ਰੇਮ ਨਾਲ ਤੇ ਅੰਦਰੋਂ ਉਤਸ਼ਾਹ ਨਾਲ, ਚਾਓ ਨਾਲ ਜਪ ਸਕੇ, ਤਾਈਓ ਮੰਗਿਆ ਜਾਂਦਾ ਹੈ। ਮਹਾਰਾਜ ਕਿਰਪਾ ਕਰੋ, ਫਿਰਤ ਫਿਰਤ ਪ੍ਰਭ ਆਇਆ, ਪੜੋ ਫਿਰਤ ਫਿਰਤ ਪ੍ਰਭ, ਕਰੋ ਅਰਦਾਸ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ। ਇਹ ਮੰਗਣਾ ਪੈਂਦਾ ਹੈ। ਇੱਕ ਵਾਰ ਅੰਦਰੋਂ ਕਹੋ, ਮਹਾਰਾਜ ਚਾਓ ਬਖਸ਼ੋ ਤੇ ਭਾਓ ਬਖਸ਼ੋ, ਅਸੀਂ ਜਪ ਸਕੀਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਇੱਕ ਵਾਰ ਚਿੱਤ ਜੋੜ ਕੇ ਕਹੋ ਸਾਰੇ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ, ਆਪਣੀ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ, ਆਪਣੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾ, ਵਿਸਰ ਨਾਹੀਂ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ। ਵਾਹ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ,
ਨਾਨਕ ਚਾਓ ਇਹੋ ਨਾਨਕ ਆਖੋ ਸਤਨਾਮ ਸ੍ਰੀ ਚਾਓ ਪੈਦਾ ਹੋਵੇ। ਅਰਦਾਸ ਕਰੀਏ ਮਹਾਰਾਜ ਸ਼ੰਕਾ ਦੂਰ ਕਰੋ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇ ਸ਼ੰਕਾ ਹੋਇਆ ਨਾ ਵੀ 5 ਸਾਲ ਦੀ ਉਮਰ, ਇੰਨੀ ਛੋਟੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਠਾ ਦਿੱਤਾ, ਇਹਨਾਂ ਵਿੱਚੋਂ ਜੋਤ ਕਿਵੇਂ? ਹੁਣ ਸ਼ੰਕਾ ਪੈਦਾ ਹੋ ਜਾਏ ਫਿਰ ਜਿਹੜੀ ਗੱਲ ਰੋਜ਼ ਕਰਨ ਲੱਗ ਜਾਓ ਵਧਣ ਲੱਗ ਪੈਂਦੀ ਹੈ। ਇੱਕ ਤੁਹਾਡਾ ਤਜਰਬਾ ਹੋਰ ਰਹੇਗਾ, ਤੁਹਾਨੂੰ 10 ਬੰਦੇ ਕੋਈ ਗੱਲ ਕਹਿ ਦੇਣ ਤੁਹਾਡੇ ਉੱਤੇ ਅਸਰ ਹੋ ਜਾਣਾ। 10 ਬੰਦੇ ਕੋਈ ਗੱਲ ਕਰਨ ਮਨ ਤੇ ਅਸਰ ਹੋ ਜਾਂਦਾ ਵੀ ਇੱਕ ਗਲਤ ਹੋ ਸਕਦਾ, 2 ਹੋ ਸਕਦਾ, ਉਹਨੇ ਵੀ ਕਿਹਾ ਉਹਨੇ ਵੀ ਕਿਹਾ, ਮਨ 'ਚ ਸ਼ੰਕਾ ਵੱਧ ਜਾਂਦਾ। ਇੱਕ ਸੱਜਣ ਕੋਈ ਤੁਰਿਆ ਜਾ ਰਿਹਾ ਹੈ, ਉਹਨੇ ਗੋਦੀ ਵਿੱਚ ਛੋਟਾ ਜਿਹਾ ਬੱਕਰੀ ਦਾ ਬੱਚਾ ਮੇਮਣਾ ਜਿਹਨੂੰ ਕਹਿੰਦੇ ਉਹ ਚੁੱਕਿਆ ਹੋਇਆ ਸੀ। 4 ਠੱਗ ਇਕੱਠੇ ਹੋ ਗਏ। ਉਹਨੇ ਕਿਹਾ ਵੀ ਇਹਦੇ ਕੋਲੋਂ ਇਹ ਮੇਮਣਾ ਲੈਣਾ। ਕਿਵੇਂ ਠੱਗੀਏ? ਠੱਗਣ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਸਾਹਮਣੇ ਅੱਖੀਂ ਘੱਟਾ ਪਾ ਕੇ ਠੱਗਣਾ, ਉਹਨੂੰ ਕਹਿੰਦੇ ਨੇ ਠੱਗਣਾ। ਇੱਕ ਠੱਗ ਹੁੰਦੇ ਨੇ, ਇੱਕ ਡਾਕੂ ਹੁੰਦੇ ਨੇ, ਇੱਕ ਚੋਰ ਹੁੰਦੇ ਨੇ। ਚੋਰ ਤੁਹਾਡੇ ਸੁੱਤਿਆਂ ਚੋਰੀ ਕਰਨਗੇ, ਗੈਰ ਹਾਜ਼ਰੀ ਵਿੱਚ ਚੋਰੀ ਕਰਨਗੇ। ਡਾਕੂ ਤੁਹਾਡੇ ਤੇ ਗੰਨ ਰੱਖ ਕੇ ਖੋਹਦਾ, ਚਾਕੂ ਗਲ ਤੇ ਰੱਖ ਕੇ ਖੋਹ ਲੈਂਦਾ, ਉਹਨੂੰ ਕਹਿੰਦੇ ਧੱਕੇ ਨਾਲ ਡਕੈਤ, ਖੋਹ ਲਿਆ ਸਭ ਕੁਝ। ਠੱਗ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਵੀ ਹੈ, ਤੁਹਾਡੇ ਕੋਈ ਚਾਕੂ ਕੋਈ ਗੰਨ ਵੀ ਨਹੀਂ ਰੱਖੀ ਹੋਈ, ਡਰਾ ਕੇ ਨਹੀਂ ਲੈ ਰਿਹਾ, ਭਰਮਾ ਕੇ ਲੈ ਰਿਹਾ। ਆਖੋ ਵਾਹਿਗੁਰੂ, ਡਰਾ ਕੇ ਨਹੀਂ ਲੈ ਰਿਹਾ, ਭਰਮਾ ਕੇ ਲੈ ਰਿਹਾ, ਉਹਨੂੰ ਠੱਗ ਕਹਿੰਦੇ ਨੇ। ਠੱਗ ਭਰਮਾ ਲੈਂਦੇ ਨੇ। ਤੁਸੀਂ ਏਜੰਟਾਂ ਦੇ ਆਫਿਸ ਵਿੱਚ ਚਲੇ ਜਾਓ, ਉਹਨੀ ਪਿੱਛੇ ਵੱਡੇ ਵੱਡੇ ਨਕਸ਼ੇ ਸਿਡਨੀ ਦੇ, ਲੰਡਨ ਦੇ, ਕੈਨੇਡਾ ਦੇ ਲਾਏ ਹੁੰਦੇ। ਪਤਾ ਕਿਉਂ? ਤੁਹਾਡੀ ਨਜ਼ਰ ਹੀ ਉੱਤੇ ਪਵੇ। ਕੁਰਸੀ ਤੇ ਬੈਠੇ ਤੁਹਾਨੂੰ ਕੈਨੇਡਾ ਦਿਸਣ ਲੱਗ ਜਾਏ ਤਾਂ ਤੁਸੀਂ 20 ਲੱਖ ਰੁਪਏ ਉਹਨੂੰ ਦੇਣ ਨੂੰ ਮੰਨੋਗੇ। ਉਹ ਤੁਹਾਨੂੰ ਸਭ ਕੁਝ ਗੱਲਾਂ ਬਾਤਾਂ 'ਚ ਵਿਖਾ ਦਿੰਦਾ। ਇਹਨੂੰ ਕਹਿੰਦੇ ਨੇ ਅੱਖਾਂ ਵਿੱਚ ਘੱਟਾ ਪਾ ਕੇ ਭਰਮਾ ਕੇ ਕੋਈ ਚੀਜ਼ ਲੈਣੀ। ਉਹ ਠੱਗ ਮਿਲ ਗਏ, ਠੱਗਾਂ ਨੇ ਠੱਗਣਾ ਸੀ। ਉਹਨੇ ਉਹ ਬੰਦੇ ਨੂੰ ਇੱਕ ਠੱਗ ਇੱਥੇ ਖਲੋ ਗਿਆ, ਇੱਕ ਥੋੜਾ ਦੂਰ ਖਲੋ ਗਿਆ, ਇੱਕ ਮਿਲਿਆ। ਉਹ ਕਹਿੰਦਾ ਵਾਹ ਜੀ ਵਾਹ ਭਾਈ ਸਾਹਿਬ ਜੀ, ਕੁੱਤੇ ਦਾ ਬੱਚਾ ਕਿੱਥੋਂ ਲਿਆਏ ਹੋ? ਉਹਨੇ ਕਿਹਾ ਕੁੱਤੇ ਦਾ ਬੱਚਾ ਨਹੀਂ, ਬੱਕਰੀ ਦਾ। ਕਹਿੰਦਾ ਭਰਾਵਾ ਕਿਸੇ ਹੋਰ ਨੂੰ ਨਾ ਕਹਿ ਦੇਈਂ, ਇਹ ਤਾਂ ਕੁੱਤੇ ਦਾ ਬੱਚਾ ਤੂੰ ਚੁੱਕ ਲਿਆਇਆ। ਕਹਿੰਦਾ ਨਹੀਂ ਮੈਂ ਪੈਸਿਆਂ ਦਾ ਲਿਆਇਆ। ਕਹਿਣ ਲੱਗਾ ਵੀ ਹੋਰ ਨਾ ਕਿਸੇ ਨੂੰ ਕਹਿ ਦੇਈਂ, ਤੂੰ ਕਹਿ ਰਿਹਾ ਪੈਸਿਆਂ ਦਾ ਲਿਆਇਆ ਪਰ ਇਹ ਬੱਕਰੀ ਦਾ ਬੱਚਾ ਨਹੀਂ ਹੈ, ਇਹ ਜਿਹੜਾ ਤੂੰ ਗੋਦ 'ਚ ਚੁੱਕਿਆ ਇਹ ਕੁੱਤੇ ਦਾ ਬੱਚਾ ਲਿਆਇਆ। ਹੁਣ ਅੱਗੇ ਚਲਾ ਗਿਆ, ਥੋੜੀ ਦੂਰ ਮੜ ਜਾ ਗਿਆ, ਇੱਕ ਬੰਦਾ ਹੋਰ ਮਿਲ ਪਿਆ, ਉਹ ਰਲੇ ਹੋਏ ਨੇ। ਉਹਨੇ ਵੀ ਅੱਗਿਓਂ ਕਹਿ ਦਿੱਤਾ, ਕਹਿੰਦਾ ਵੀ ਕੁੱਤੇ ਦਾ ਬੱਚਾ ਬਹੁਤ ਸੋਹਣਾ ਹੈ, ਕਿੱਥੋਂ ਲਿਆਂਦਾ? ਹੁਣ ਉਹਨੂੰ ਸ਼ੱਕ ਜੇ ਪੈਦਾ ਹੋ ਗਏ। ਉਹਨੇ ਗੌਰ ਨਾਲ ਵੇਖਿਆ ਹੈ ਤੇ ਬੱਕਰੀ ਦਾ ਬੱਚਾ ਹੈ, ਇਹ ਕੁੱਤੇ ਦਾ ਕਿਉਂ ਕਹਿ ਰਹੇ ਨੇ? ਉਹਨੇ ਕਿਹਾ ਨਹੀਂ ਜੀ ਮੈਂ ਬੱਕਰੀ ਦਾ ਮੇਮਣਾ ਲਿਆਇਆ। ਕਹਿਣ ਲੱਗਾ ਤੈਨੂੰ ਕਿਸੇ ਨੇ ਮੂਰਖ ਬਣਾਇਆ, ਇਹ ਕੁੱਤੇ ਦਾ ਬੱਚਾ ਹੈ। ਹੁਣ ਛਾਤੀ ਨਾਲੋਂ ਹਟਾ ਲਿਆ, ਥੋੜੇ ਜਿਹੇ ਹੱਥਾਂ 'ਚ ਐਂ ਪਕੜ ਲਿਆ, ਕਿਉਂ ਸ਼ੱਕ ਪੈਦਾ ਹੋ ਗਈ। ਥੋੜੀ ਦੂਰ ਗਿਆ, ਤੀਜਾ ਬੰਦਾ ਖੜਾ ਹੈ। ਉਹਨੇ ਦੂਰੋਂ ਹੱਸ ਕੇ ਕਿਹਾ ਵਾਹ ਬਈ ਵਾਹ, ਬਹੁਤ ਸੋਹਣਾ ਬਈ ਕੁੱਤੇ ਦਾ ਬੱਚਾ, ਕਿੱਥੋਂ ਲਿਆਂਦਾ, ਕਿੰਨੇ ਦਾ ਲਿਆਂਦਾ? ਹੁਣ ਮਨ 'ਚ ਸ਼ੱਕ ਪੈਦਾ ਹੋ ਗਈ। ਉਹਨੇ ਰੱਸੀ ਗਲ 'ਚ ਬੰਨੀ ਹੋਈ ਹੈ, ਹੁਣ ਉਹਨੂੰ ਤੋੜ ਕੇ ਥੱਲੇ ਤੁਰ ਪਿਆ। ਕਿਉਂ? ਗੋਦੀ ਨਹੀਂ ਚੁੱਕਣਾ। 3 ਬੰਦਿਆਂ ਨੇ ਕਹਿ ਦਿੱਤਾ ਵੀ ਕੁੱਤੇ ਦਾ ਬੱਚਾ ਹੈ, ਮੈਂ ਕਹਿ ਰਿਹਾ ਮੇਮਣਾ ਹੈ। ਜਦੋਂ ਥੋੜੀ ਜਿਹੀ ਦੂਰ ਗਿਆ, ਸ਼ੰਕਾ ਬਾਰ-ਬਾਰ ਉਹਦੇ ਵੱਲ ਵੇਖਦਾ, ਲੱਗਦਾ ਤਾਂ ਮੇਮਣਾ ਹੈ ਪਰ ਇੱਕ ਬੰਦਾ ਗਲਤ ਹੋ ਸਕਦਾ, 2 ਹੋ ਸਕਦੇ ਨੇ, 3 ਨੇ ਕਹਿ ਦਿੱਤਾ। ਇੰਨੇ ਨੂੰ ਚੌਥਾ ਬੰਦਾ ਮੋਹਰੇ ਠੱਗ ਟੱਕਰ ਗਿਆ। ਉਹਨੇ ਕਿਹਾ ਵਾਹ ਜੀ ਵਾਹ, ਬਹੁਤ ਸੋਹਣਾ ਵੇ ਕੁੱਤੇ ਦਾ ਬੱਚਾ। ਕਹਿੰਦਾ ਜੀ ਬੱਕਰੀ ਦਾ ਬੱਚਾ ਹੈ। ਕਹਿੰਦਾ ਭਰਾਵਾ ਪਿੰਡ ਜਾ ਕੇ ਨਾ ਕਹਿ ਦੇਈਂ, ਲੋਕਾਂ ਨੇ ਤੈਨੂੰ ਕਹਿਣਾ ਪਾਗਲ ਹੋ ਗਿਆ, ਉਹ ਕੁੱਤੇ ਦਾ ਬੱਚਾ ਹੈ, ਇਹਨੂੰ ਬੱਕਰੀ ਦਾ ਕਿਉਂ ਕਹਿ ਰਿਹਾ? ਹੁਣ ਇੰਨਾ ਸ਼ੰਕਾ ਵਧਿਆ ਵੀ 4 ਬੰਦਿਆਂ ਨੇ ਕਹਿ ਦਿੱਤਾ, ਪਿੰਡ ਜਾ ਕੇ ਕਵਾਂਗਾ ਮੈਂ ਬੱਕਰੀ ਦਾ ਬੱਚਾ ਲਿਆਂਦਾ। ਉਹ ਪਿੰਡ ਵਾਲੇ ਕਹਿਣਗੇ ਮੂਰਖ ਬੰਦਾ ਹੈ। ਇਹ ਤੋਂ ਪਹਿਲਾਂ ਕਿ ਪਿੰਡ ਵਾਲੇ ਮੂਰਖ ਕਹਿਣ ਨੂੰ ਇੱਥੇ ਛੱਡ ਜਾਣਾ। ਉਹਨੇ ਰੱਸੀ ਛੱਡੀ, ਛੱਡ ਦਿੱਤਾ, ਆਪ ਗਿਆ ਤੇ ਠਗਾਂ ਨੇ ਉਹ ਬੱਚਾ ਚੁੱਕ ਲਿਆ ਬੱਕਰੀ ਦਾ। ਕਹਿਣ ਤੋਂ ਭਾਵ ਇਹ ਹੈ ਕਿਸੇ ਗੱਲ ਨੂੰ ਵਾਰ-ਵਾਰ 2 ਜਣੇ 4 ਜਣੇ 10 ਜਣੇ ਕਹਿ ਦੇਣ, ਸ਼ੰਕਾ ਵੱਧ ਜਾਂਦਾ। ਸਿੱਖਾਂ ਵਿੱਚ ਸ਼ੰਕਾ ਵਧਣਾ ਉਦੋਂ ਸ਼ੁਰੂ ਹੋ ਗਿਆ ਜਦੋਂ 1 ਨੇ ਕਿਹਾ, 2 ਨੇ ਕਿਹਾ, 4 ਨੇ ਕਿਹਾ ਵੀ ਇੰਨੀ ਛੋਟੀ ਉਮਰ ਦਾ ਗੁਰੂ, 5.5 ਸਾਲ ਦਾ ਗੁਰੂ ਕਿਵੇਂ ਹੋ ਸਕਦਾ? ਸ਼ੰਕਾ ਵੱਧ ਗਿਆ। ਇਹ ਸਿਧਾਂਤ ਭਾਈ ਗੁਰਦਾਸ ਸਿੰਘ ਵਾਲਾ ਭੁੱਲ ਗਏ ਸਿੱਖ ਕਿ ਹੀਰੇ ਦਾ ਆਕਾਰ ਛੋਟਾ ਹੈ ਪਰ ਕੀਮਤ ਬਹੁਤ ਵੱਡੀ ਹੈ।
ਹੀਰਾ ਜੇਬ ਵਿੱਚ ਪਾ ਕੇ ਲੈ ਜਾਓ, ਨਜ਼ਰ ਨਹੀਂ ਆਉਂਦਾ ਕਿਸੇ ਨੂੰ, ਲੁਕੋ ਕੇ ਲੈ ਜਾਓ, ਪਰਸ ਵਿੱਚ ਪਾ ਕੇ ਕਿਸੇ ਨੂੰ ਦਿਸਦਾ ਨਹੀਂ। ਪਰ ਜਿੱਦਣ ਕਿਸੇ ਯੌਰੀ ਦੇ ਅੱਗੇ ਜਾ ਕੇ ਉਹ ਵੇਚਦਾ, ਉਹਦਾ ਲੱਖਾਂ ਕਰੋੜਾਂ ਰੁਪਈਆ ਮੁੱਲ ਮਿਲਦਾ। ਹੀਰਾ ਤਾਂ ਜੇਬ ਵਿੱਚ ਪੈ ਜਾਂਦਾ, ਪਰ ਪੈਸੇ ਜੇਬ 'ਚ ਨਹੀਂ ਪੈਂਦੇ, ਥੈਲੇ 'ਚ ਪਾਉਣੇ ਪੈਂਦੇ ਨੇ। ਕੀਮਤ ਇੰਨੀ ਵੱਡੀ ਹੈ। ਤੁਹਾਡੇ ਪਰਸ ਵਿੱਚ ਕੋਈ ਚੈੱਕ ਹੈ, ਕੋਈ ਬੈਂਕ ਡਰਾਫਟ ਹੈ, ਉਹ ਤਾਂ ਪਰਸ ਵਿੱਚ ਪਾ ਲਓਗੇ ਤੁਸੀਂ ਜੇਬ 'ਚ, ਪਰ ਜਦੋਂ ਬੈਂਕ 'ਚੋਂ ਜਾ ਕੇ ਕੈਸ਼ ਕਰਾਓਗੇ ਨਾ, ਨਿੱਕੇ ਜਿਹੇ ਕਾਗਜ਼ ਦੇ ਟੁਕੜੇ ਦੀ ਇੰਨੀ ਕੀਮਤ ਹੈ, ਤਾਂ ਉਹ ਪੈਸਾ ਪਰਤ ਕੇ ਫਿਰ ਝੋਲਿਆਂ 'ਚ ਬੈਗਾਂ 'ਚ ਪਾਉਣਾ ਪੈਂਦਾ, ਜੇਬ 'ਚ ਪੈਸੇ ਨਹੀਂ ਪੈਂਦੇ। ਇੱਕ ਨਿੱਕਾ ਜਿਹਾ ਚੈੱਕ, ਬੈਂਕ ਡਰਾਫਟ, ਕਾਗਜ਼ ਦਾ ਟੁਕੜਾ ਲੱਖਾਂ ਰੁਪਈਆ ਬੈਂਕ 'ਚੋਂ ਕੈਸ਼ ਕਰਾ ਦਿੰਦਾ। ਆਕਾਰ ਛੋਟਾ ਹੈ, ਬੋਰਡ ਦੇ ਦਰਖਤ ਦਾ ਬੀਜ ਛੋਟਾ ਹੈ, ਪਰ ਜਦੋਂ ਫਲੀ ਭੂਤ ਹੁੰਦਾ ਉਹਦੇ ਛਾਂ ਦੇ ਥੱਲੇ 500 ਤੋਂ ਵੱਧ ਬੰਦੇ ਬਹਿ ਸਕਦੇ। ਇਦਾਂ ਕਹਿੰਦੇ ਭਾਈ ਆਕਾਰ ਵੱਲ ਨਾ ਜਾਈ, ਉਹਦੇ ਵਿਚਲੀ ਸ਼ਕਤੀ ਦੇਖ। ਨਾਮ ਤਾਂ 2 ਅੱਖਰਾਂ ਦਾ ਵਾਹਿਗੁਰੂ ਹੋ ਸਕਦਾ ਹੈ, ਨਾਮ ਤਾਂ ਕੋਈ ਰਾਮ ਕਹਿ ਸਕਦਾ, ਅੱਲਾ ਕਹਿ ਸਕਦਾ, ਪਰ ਅੱਖਰਾਂ ਵੱਲ ਨਾ ਜਾਈ, ਨਾਮ ਦੇ ਵਿਚਲੀ ਸ਼ਕਤੀ ਵੇਖ। ਗੁਰੂ ਦਾ ਉਪਦੇਸ਼ ਜਦੋਂ ਕੋਈ ਕਮਾ ਲੈਂਦਾ, 2 ਅੱਖਰਾਂ ਦਾ ਨਾਮ ਵੀ ਬੰਦੇ ਨੂੰ ਰੱਬ ਦੇ ਘਰ ਪ੍ਰਵਾਨ ਕਰਾ ਦਿੰਦਾ। ਭਾਈ ਗੁਰਦਾਸ ਸਾਹਿਬ ਲਿਖਦੇ, ਜੈਸੇ ਹੀਰਾ ਹਾਥ में तनक सो दिखाई देत, मोल किए दमकन भरत भंडार जी, जैसे वर बंदे हुंडी लगत ना भार कशु। हुंडी कहते चैक नूं, अगे जाए पाईयत लक्ष्मी अपार जी, जैसे बट बीजत सूखम स्वरूप होत, बोए से विविध करें विरखा विस्तार जी, तैसे गुर बचन सचन गुर सिखन में जानिए महात्म गए हर दुहार जी। कहते गुरु के शब्द का महात्म उदों पता लगता है जो बंदा रब के घर जाता है। वह गुरु 2 ਅੱਖਰਾਂ ਦਾ जपया होया इहनूं जन्म मरण तो मुक्त करा दिंदा। जपया होया राम अल्लाह वाहिगुरू हरि का नाम रब की दरगाह विच मुक्त करा दिंदा। ਕਰੋੜਾਂ ਪਾਪ ਇਸ ਨਾਮ ਨਾਲ ਸੜ ਜਾਂਦੇ ਨੇ ਜੇ ਕੋਈ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਮਹਾਰਾਜ ਨੇ ਕਿਹਾ ਲੋਕੋ ਭਰਮ ਨਾ ਕਰਿਓ, ਮਖੌਲ ਨਾ ਸਮਝਿਓ, ਇਹ ਸੱਚਾਈ ਹੈ। ਲੱਖਾਂ ਲੱਕੜਾਂ ਇਕੱਠੀਆਂ ਕਰ ਦਿਓ, ਨਿੱਕੀ ਜੇ ਤੀਲੀ ਬਾਲ ਦਿਓ, ਸਾਰੀਆਂ ਲੱਕੜਾਂ ਸੜ ਜਾਂਦੀਆਂ ਨੇ। ਲੱਖਾਂ ਪਾਪ ਇੱਕੋ ਹੀ ਵਾਹਿਗੁਰੂ ਨਾਮ ਨਾਲ ਸੜ ਜਾਂਦੇ ਨੇ। ਲੋਕਾ हे ਦੁਨੀਆ ਦੇ ਲੋਕੋ, ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, एक रतीले पाह, इको ही तिल्ली लाया लखां लकड़ां सड़ जांदियां ने। एक वाहिगुरू दा नाम तेरे लखां पापां नूं साड़ दिंदा है। पर शर्त एक है, विश्वास होवे, शर्त एक है, भाव होवे अंदर। अज जदों शंका वध गया ना, 10 ने 20 ने कह दिता वे इन्नी छोटी उम्र दा गुरु किवें। जिहड़े प्रेम वाले सी, भाव वाले सी, एक तो उन्होंने गुरु का नाम नहीं छड्डिया, नाम जपते रहे। दूजा फिर उन्हें ध्यान धर के अरदास की, हे गुरु नानक साहब, हे गुरु हरकृष्ण साहब महाराज, जे तुहाडी जोत एक है, फिर महाराज साडा शंका दूर करो, महाराज फिर साडे अंदरों सहसा दूर करो। जदों ये अरदास की साध संगत, उन्होंने दूजियां दे अंदर विश्वास पैदा हुंदा वेख कहण लग पे, कहंदे नहीं वे सानू तां विश्वास है। ते जिहड़े फिर शंका पैदा करन वाले सी उन्हां कहा भी तुहानूं किवें विश्वास हो गया। कहंदे भी सानू तां विश्वास है, पर जे फिर भी तुसीं शंका करदे हो, दसो फिर शंका किवें दूर करिए। वो शंका करन वालियां ने सलाह कीती, कहंदे गुरु नानक साहब महाराज ने दीपालपुर कोड़ी ठीक कीता प्रेमा। धन गुरु नानक साहब महाराज ने दीपालपुर जहन लग गए कोड़ी नूं ठीक किया है। गुरु अमरदास महाराज ने प्रेमे कोड़ी नूं तंदुरुस्त किया है। गुरु रामदास महाराज ने रजनी दे घर वाले दा कोड़ दूर किया है। जे हर गुरु दे बेले कोई कोड़ी दा कोड़ हट सकता है, कहते कोई कोड़ी लभ के लियाओ, फिर वेखते हैं गुरु हरकृष्ण साहब महाराज नूं ठीक कर देंदे ने। नीयत विच शंका पैदा करने वाले ने कोड़ी लभ लिया, कोड़ी नूं लभ के लियांदा, उहनूं लियांदिआं सार ये कहा तैनूं तां लियांदा तेरा कोड़ गुरु हरकृष्ण साहब महाराज ने हटा देना। एक बार गुरु हरकृष्ण साहब महाराज के रस्ते में लम्मा पै जाई, जे गुरु साहब पुछण तूं क्यों पे, हाथ जोड़ के कहीं मेरा कोड़ हटा दिओ, कहते तू ठीक हो जाना। मन दे कोड़ियां ने तन दा कोड़ी ले आंदा, आखो वाहिगुरू। मन दे कोड़ियां ने तन दा कोड़ी एक ले आंदा, उन्हीं लिया के धन गुरु हरकृष्ण साहब महाराज के रस्ते में लटा दिता। ते पालकी चुकण वाले पालकी रोक लई। हजूर अंदरों पुछदे, भाई सिखो पालकी क्यों रोकी है?
ਇੱਕ ਸਿੱਖ ਨੇ ਕੋਲ ਹੋ ਕੇ ਕਿਹਾ, ਮਹਾਰਾਜ ਕੋਈ ਰਸਤੇ ਵਿੱਚ ਲੰਮਾ ਪਿਆ, ਉੱਠ ਨਹੀਂ ਰਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਾਲਕੀ ਤੋਂ ਬਾਹਰ ਆਏ। ਬਾਹਰ ਆ ਕੇ ਪਾਤਸ਼ਾਹ ਨੇ ਉਹਨੂੰ ਵੇਖਿਆ, ਆਵਾਜ਼ ਦੇ ਕੇ ਕਿਹਾ, ਪੁਰਖਾ ਤੂੰ ਰਸਤਾ ਕਿਉਂ ਰੋਕਿਆ? ਉਹ ਉੱਠ ਕੇ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਮਹਾਰਾਜ ਮੈਨੂੰ ਕਿਸੇ ਨੇ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰਸਤੇ ਵਿੱਚ ਪੈ ਜਾਈ, ਉਹ ਕੋੜ ਹਟਾ ਦਿੰਦੇ ਨੇ। ਮਹਾਰਾਜ ਮੇਰੇ ਤਨ ਦਾ ਕੋੜ ਦੂਰ ਕਰੋ। ਜਦੋਂ ਹੱਥ ਜੋੜ ਕੇ ਕੋੜੀ ਦੇ ਅੰਦਰ ਵਿਰਾਗ ਭਰਿਆ, ਰੋਂਦਾ ਵੇਖਿਆ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਹੱਥ ਵਿੱਚ ਛਟੀ ਪਕੜੀ ਹੈ, ਖੀਸੇ ਚੋਂ ਇੱਕ ਛੋਟਾ ਜਿਹਾ ਰੁਮਾਲ ਕੱਢਿਆ, ਉਹਨੂੰ ਆਪਣਾ ਰੁਮਾਲ ਦੇ ਕੇ ਕਹਿੰਦੇ, ਲੈ ਕੋੜੀਆ ਤਨ ਉੱਤੇ ਰੁਮਾਲ ਫੇਰ ਤੇ ਗੁਰੂ ਦਾ ਨਾਮ ਜਪ, ਗੁਰੂ ਨਾਨਕ ਭਲੀ ਕਰਨਗੇ, ਤੇਰਾ ਕੋੜ ਹਟ ਜਾਏਗਾ। ਪਰ ਨਾਲ ਪਾਤਸ਼ਾਹ ਨੇ ਕਿਹਾ, ਗੱਲ ਸੁਣ, ਤੂੰ ਸੱਚੀ ਨੀਅਤ ਨਾਲ ਆਇਆ, ਪਰ ਜਿਨ੍ਹਾਂ ਨੇ ਤੈਨੂੰ ਲਿਆ ਕੇ ਮੋਹਰੇ ਬਿਠਾਇਆ ਉਹਨਾਂ ਦੀ ਨੀਅਤ ਸੱਚੀ ਨਹੀਂ ਹੈ। ਪਾਤਸ਼ਾਹ ਨੇ ਕਿਹਾ, ਜਾ ਜਿੱਦਾਂ ਜਿੱਦਾਂ ਤੇਰੇ ਤਨ ਦਾ ਕੋੜ ਹਟੇਗਾ, ਜਿਨ੍ਹਾਂ ਨੇ ਸ਼ੰਕਾ ਕਰਕੇ ਮੋਹਰੇ ਬਿਠਾਇਆ ਉਹਨਾਂ ਦੇ ਮਨ ਦਾ ਕੋੜ ਵੀ ਦੂਰ ਹੋਏਗਾ। ਪਤਾ ਕਿਉਂ? ਵਿੱਚੋਂ ਅਰਦਾਸ ਵੀ ਕਈਆਂ ਨੇ ਕੀਤੀ, ਮਹਾਰਾਜ ਸ਼ੰਕਾ ਦੂਰ ਕਰੋ ਸਾਡਾ। ਅਰਦਾਸ ਕੀਤੀ, ਮਹਾਰਾਜ ਮਨ ਦਾ ਸ਼ੰਕਾ ਦੂਰ ਕਰੋ। 8ਵੇਂ ਪਾਤਸ਼ਾਹ ਬੋਲੇ, ਜਿਵੇਂ ਤੇਰਾ ਕੋੜ ਹਟੇਗਾ, ਤੇਰੇ ਤਨ ਦਾ ਕੋੜ ਹਟ ਜਾਏਗਾ, ਉਹਨਾਂ ਦੇ ਮਨ ਦੇ ਕੋੜ ਹਟਣਗੇ। ਪਾਤਸ਼ਾਹ ਨੇ ਰੁਮਾਲ ਦਿੱਤਾ, ਉਹ ਕੋੜੀ ਆਪਣੇ ਤਨ ਬਾਹਾਂ ਮੂੰਹ ਤੇ ਹੱਥਾਂ ਤੇ ਫੇਰਦਾ ਰਿਹਾ, ਨਾਲ ਜਪਦਾ ਰਿਹਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਗੁਰੂ ਜਪਦਿਆਂ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਹਫ਼ਤੇ 10 ਦਿਨਾਂ ਵਿੱਚ ਉਹਦਾ ਤਨ ਕੰਚਨ ਵਰਗਾ ਨਰੋਆ ਨਿਕਲ ਆਇਆ, ਬਿਲਕੁਲ ਤੰਦਰੁਸਤ ਹੋ ਗਿਆ। ਜਿੱਦਣ ਤੰਦਰੁਸਤ ਹੋਇਆ, ਉਦਣ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹ ਕੋੜੀ ਉੱਚੀ ਉੱਚੀ ਜਪਦਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ। ਕੱਲੇ ਕੋੜੀ ਦੇ ਤਨ ਦਾ ਕੋੜ ਨਹੀਂ ਹਟਿਆ, ਜਿਨ੍ਹਾਂ ਦੇ ਮਨ ਵਿੱਚ ਸ਼ੱਕ ਦਾ, ਸਹਿਸੇ ਦਾ ਕੋੜ ਸੀ, ਉਹਨਾਂ ਦੇ ਮਨ ਦੇ ਕੋੜ ਵੀ ਉਤਰ ਗਏ। ਹੁਣ ਕੱਲਾ ਕੋੜੀ ਨਹੀਂ ਕਹਿੰਦਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਉਹ ਵੀ ਸਿੱਖ ਕਹਿਣ ਲੱਗ ਪਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸਾਧ ਸੰਗਤ, ਗੁਰੂ ਦੇ ਦਰਸ਼ਨਾਂ ਵਿੱਚ ਅੱਜ ਵੀ ਉਨੀ ਸ਼ਕਤੀ ਹੈ। ਹੁਣ ਕੀਰਤਪੁਰ ਸਾਹਿਬ ਸਿੱਖਾਂ ਦੇ ਮਨ ਦਾ ਕੋੜ ਵੀ ਹਟਿਆ, ਤਨ ਦੇ ਕੋੜ ਵੀ ਉਤਰ ਗਏ, ਤੇ ਸਭ ਸਿੱਖ ਵਿਸ਼ਵਾਸ ਨਾਲ ਗਾਉਂਦੇ ਨੇ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿਕ੍ਰਿਸ਼ਨ ਤੇ। ਆਪਾਂ ਵੀ ਜਪੀਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਨਾਮ। ਅੱਜ ਵੀ ਉਨੀ ਸ਼ਕਤੀ ਹੈ ਦਰਸ਼ਨਾਂ ਵਿੱਚ। ਇਹ ਨਹੀਂ ਵੀ ਉਦੋਂ ਸ਼ਕਤੀ ਸੀ ਜੀ ਗੁਰੂ ਵਿੱਚ, ਅੱਜ ਵੀ ਹੈ। ਆਦ ਸੱਚ ਹੈ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਲਈ ਧਿਆਨ ਧਰ ਕੇ ਕਹੋ, ਜਿਸ ਡਿਠੈ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ। ਜਿਸ ਡਿਠੈ ਸਭ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿ। ਜਿਸ ਡਿਠੈ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ, ਸ਼੍ਰੀ ਹਰਿਕ੍ਰਿਸ਼ਨ ਤੇ ਆਈਐ। ਜਿਸ ਡਿਠੈ ਦੁੱਖ ਜਾਏ, ਸ਼੍ਰੀ ਹਰਿ ਤੇ ਆਈਐ, ਸ਼੍ਰੀ ਹਰਿਕ੍ਰਿਸ਼ਨ ਤੇ। ਆਖੋ ਸਤਨਾਮ ਸ੍ਰੀ। ਹੁਣ ਇਹ ਆਪਾਂ ਯਾਦ ਰੱਖਣਾ, ਜੇ ਮਨ 'ਚ ਸ਼ੰਕਾ ਪੈਦਾ ਹੋਵੇ, ਇੱਕ ਤਾਂ ਨਾਮ ਜਪਣਾ, ਕਿਉਂਕਿ ਸਹਿਸੇ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸੋਂ ਰਹੋ ਚਿਤ ਲਾਏ। ਦੂਜਾ ਸਿੱਖ ਨੇ ਗੁਰੂ ਅੱਗੇ ਅਰਦਾਸ ਕਰਨੀ, ਮਹਾਰਾਜ ਮੇਰਾ ਸ਼ੰਕਾ ਆਪ ਦੂਰ ਕਰੋ, ਮਹਾਰਾਜ ਮੈਨੂੰ ਭਰੋਸਾ ਬਖਸ਼ੋ, ਮੇਰੇ ਅੰਦਰ ਵਿਸ਼ਵਾਸ ਬਖਸ਼ੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਇਹ ਅਰਦਾਸ ਕਰਿਓ, ਫਿਰ ਗੁਰੂ ਅੰਦਰੋਂ ਸ਼ੰਕੇ ਦਾ, ਭਰਮ ਦਾ ਅੰਡਾ ਤੋੜ ਦਿੰਦਾ। ਸਾਧ ਸੰਗਤ, ਮਨ ਫਿਰ ਕੋੜ ਤੋਂ ਅਰੋਗ ਹੋ ਜਾਂਦਾ। ਹੁਣ ਮੈਂ ਅੱਗੇ ਕਥਾ ਸ਼ੁਰੂ ਕਰਨੀ, ਪਰ ਵਿੱਚੋਂ ਮੈਂ ਤੁਹਾਨੂੰ ਪੁੱਛਣਾ, ਭਾਈ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਵਾਹਿਗੁਰੂ ਕਿਹਨੇ ਕਿਹਾ? ਜਰਾ ਹੱਥ ਖੜੇ ਕਰੋ। ਚਾਹ ਬਣਾਉਂਦਿਆਂ ਵਾਹਿਗੁਰੂ ਕਿਹਾ? ਬੋਲੇ ਸੋ ਨਿਹਾਲ। ਇਹ ਰੂਟੀਨ ਬਣਾਉਣੀ ਹੈ। ਜਦੋਂ ਤੁਹਾਡੀ ਨੀਂਦ ਚੋਂ ਝਾਕ ਖੁੱਲੇ, ਐਵਰੀ ਡੇ, ਹਰ ਰੋਜ਼ ਤੁਹਾਡਾ ਫਸਟ ਵਰਕ ਇਹ ਹੋਣਾ ਚਾਹੀਦਾ,
गुर सतगुर का जो सिख अखाए सु भलके उठर नाम ध्यावै। उठदियां सार कवे सतनाम श्री वाहिगुरु 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 वाहिगुरु। आखो सतनाम श्री। हुण तुसीं पुछोगे दा लाभ की होएगा? ਇਹਦਾ जवाब गुरु ग्रंथ साहिब जी चों मिलना। जे सवेरे उठ के जपन लग पे, सवेरे जपे नाम का लाभ ज़्यादा पता क्यों है? मैं कई बार बेनती लाइव तो कई जिन्नियां आयुर्वैदिक दवाइयां बनदियां ना, देसी वैद जिहड़े, तो रामदेव का तो तुहानूं पता ही है, जो होर नहीं किसी का याद, क्योंकि अद्धियां चीज़ां तो उहदियां विकी जांदियां। जिन्नियां कोई देसी चीज़ां वेचदा दवाइयां, ਉਹਦੇ ਵਿੱਚੋਂ 80% 80% ਦਵਾਈ ਜਿਹੜੀ ਹੈ ਉਹ ਆਯੁਰਵੈਦਿਕ ਖਾਲੀ ਪੇਟ ਖਾਣੀ ਪੈਂਦੀ ਹੈ। ਪਤਾ ਕਿਉਂ? ਸਿੱਧੀ ਰੋਗ ਉੱਤੇ ਅਸਰ ਕਰਦੀ ਹੈ। ਜੇ ਖਾਲੀ ਪੇਟ ਖਾਦਿਆਂ ਦਵਾਈ ਸਿੱਧੀ ਰੋਗ ਤੇ ਅਸਰ ਕਰਦੀ ਹੈ, ਸਵੇਰੇ ਉੱਠਦਿਆਂ ਸਾਰ ਸੁਰਤ ਖਾਲੀ ਹੈ, ਅਜੇ ਦੁਨੀਆ ਦੇ ਕੋਈ ਸੁਨੇਹੇ ਸ਼ੁਰੂ ਨਹੀਂ ਹੋਏ, ਉੱਠਦਿਆਂ ਸਾਰ ਵਾਹਿਗੁਰੂ ਜਪ, ਉਹ ਸਿੱਖਾ ਤੇਰੀ ਸੁਰਤ ਉੱਤੇ ਅਸਰ ਕਰੇਗਾ ਸ਼ਬਦ। ਉੱਠਦਿਆਂ ਸਾਰ ਜਪ। जे मोबाइल चुक के सुरत में वेख ही लिया, आ फलाने का सुनिया आया होया, फलाने की मिस कॉल आई हुई है, आह देखो जी फेसबुक ते आ की है, जे वो पढ़ लिया सुरत ने फिर उही चलना। नितनेम करदे बाणी पढ़दे तुहाडा ध्यान उन्हां खबरां च रहेगा। इसलिए उठदे सार खाली सुरत नाल कहना सतनाम श्री वाहिगुरु वाहिगुरु वाहिगुरु। फिर तुहाडे नाल एक चीज़ होर वरतेगी, तुसीं उठदियां सार 20 वार 30 वार वाहिगुरु वाहिगुरु कह लिया। मेरा विश्वास है इशनान करन तक जिन्नी प्रक्रिया अद्धा घंटा तुहाडी लगनी है ना, तुहाडी सुरत च आपे चली जाना वाहिगुरु वाहिगुरु वाहिगुरु, होर कोई चीज़ नहीं चलनी। फिर वो कंसैप्ट पूरा हो जाना है जिन्हों गुरु ने कहा कर इशनान सिमर प्रभ अपना मन तन भै अरोगा। इनू फिर गुरु रामदास महाराज ने कहा घर इशनान किते तेनों ऐ लगना जिवें तू श्री अमृतसर नहा के आया, क्योंकि नाम जो जपन लग पे। फिर तेनों ऐ लगना जिवें श्री अमृतसर साहब नहा के आया। फिर चढ़े दिवस गुरबाणी गावे, बहिंदियां उठदियां हर नाम ध्यावे। महाराज की होएगा? कहने फिर उद्यम करे भलके प्रभाती इशनान करे अमृतसर नहावे। ऐ लगने वे अमृतसर नहाता है, क्यों? उठदियां सार जपे हुए नाम ने। इशनान करन दी प्रक्रिया विच भी तुहानूं वाहिगुरु चेते आउणा, उत्थे भी वाहिगुरु याद आउणा। ते साध संगत जिहड़ा फिर नहीं जपेगा वो तो माफ़ करियो, आ मोबाइल जिहड़े लोकी वाशरूम च भी नाल ही लैके जांदे आ, क्यों? चेता ही उत्थे आउंदा वे किहनूं किहनूं फोन करने ने, याद ही उत्थे आउंदा वे वेखना की है। कईयां ने वाशरूमां विच चार्जर लाए हुए ने, उत्थे ना किते मुक जाए। साध संगत वो बंदियां दी सुरत कदों नाम जपेगी? उठदियां सार फर्स्ट वर्क एवरीडे चाहिए। उठदियां सार कहने सतनाम श्री। लाभ की होएगा हुण ये सुनियो। इनू महाराज कहंदे जह मात पिता सुत मीत न भाई, मानुहा नाम तेरे संग। जिथे तेरे माँ प्यो पुत्र धीआं पैसे ने कम नहीं आना, उत्थे जपिया होया नाम तेरे कम जरूर आएगा। जपिया होया नाम तेरे नाल ताकत तेनू जरूर देगा। पढ़ो जय मात पिता सुत मीत न भाई, मनुहा नाम तेरे। जय महाबयान दूत जम दले, तै केवल नाम संग तेरे। जय मुश्किल होवे अत भारी, हर को नाम खिन महे उदारी। इदां कम होना जिमें बूढ़त को जैसे बेड़ी मिलत, भूजत दीपक मिलत तिलत। दीवा बुझण लगा होवे उच तेल पा दिओ, वो दोबारा जोत देन लग जांदा है। वो जिमें बुझदे दीवे नूं तेल मिल जाए, डुबदे होए नूं बेड़ी मिल जाए, इन्ना सुख मिलना नाम जप के। जिथे कोई सहारा नहीं उत्थे नाम सहारा है। जिथे किसी चीज़ की दारू कम ना करे, उत्थे नाम दी दारू कम करेगी। इनू फिर महाराज कहेंगे दुख भंजन तेरा नाम जी, दुख भंजन तेरा। आठ पहर आराधी है पूरन सतगुर, जित गढ़ वसै पार ब्रह्म सोई सोहावा थाओ। जम कंकर नेड़ न आवई रसना
हर गुण गाओ, कह रसना नाल वाहिगुरु वाहिगुरु। तेरे कम आएगा ये जपया होया नाम, क्योंकि सर्व रोग का औखद नाम। कल्याण रूप मंगल गुण गाम, इनू महाराज कहणगे सिमरो सिमर सिमर सुख पावो, कल कलेश तन माए मिटावो। भाई कल कलेश मिट जाने, नाम सिमर बाणी पढ़, फिर वेख गुरु की बाणी तेरे ते असर कर दे। एक नैट उत्ते कथा पई है, वो साल मैं कुदरती तौर पर ऑकलैंड रुकिया होया सी न्यूजीलैंड, उत्थे एक घटना घटी। साध संगत देखो, नाम विच बाणी विच ते अमृत विच इन्नी शक्ति है। ये अमृत एवें नहीं आपां कहंदे खंडे वाटे दी पौहल, पौहल दा अर्थ हुंदा है वो जल जिहदे विच किसी चीज़ की पाह चाढ़ी हुई है। जदों तुसीं उहनूं छकोगे ਤਾਂ जो कुछ उस बाणी के राही ਉਹਦੇ ਵਿੱਚ पाह पई हुई है, वो ताकत ਤੁਹਾਡੇ ਉੱਤੇ ਕੰਮ करेगी। ਤਾਈਓ हर रोज़ सिख ਨੂੰ हुक्म है नितनेम ਕਰਨ ਦਾ। क्यों भाई, वो ਜਿਹੜੀ पाह ਤੈਨੂੰ गुरु ਦੇ पंज प्यारिਆਂ ने गुरु रूप होके चाढ़ ਦਿੱਤੀ है, वो पाह किते वो रंग उतर ना जावे। इसलिए रोज़ जपजी साहब पढ़, तेरे अंदर ਨੂੰ ताकत मिलेगी, वो पाह तेरे जीवन सदा चढ़ी रहेगी। एक परिवार, उन्होंने कारोबार उत्थे न्यूजीलैंड बहुत है, ट्रक चलते हैं, जमीन लई हुई है, 3 भरा ने, इकट्ठो कारोबार उन्होंने इकट्ठा है। जिहड़ा सब तो छोटा ना, उहदे बच्चे अजे छोटे ने, ते साध संगत उहदे फेफड़े जिहड़े ने वो शिलिंग कर गए, फेफड़ियां दी बीमारी उहनूं लग गई, शिलिंग कर गए, पानी भरन लग पिया फेफड़ियां 'च। ते तुहानूं पता है ये फिर कितना औखा है। जिहड़ा करोना की बीमारी, वो इनू कहिंदे सी, जदों फेफड़े जिहड़े वो शिलिंग करन लग जाण, नमूनीआ हो जाए, साह नहीं आउंदा, फिर बाहरों ऑक्सीजन देनी पैंदी। उन्हें टेस्ट कराए, वो गल ना बनी। अखीर डॉक्टर ने कई महीने की वो दवाई ट्रीटमेंट चलता रहा, उन्हें ऑक्सीजन पक्की ला दी। भाई जे किते इधर उधर माड़ा मोटा जाना है तो वो ऑक्सीजन का पंप उन्होंने नाल रखना पैंदा सी, ऑक्सीजन लैके चलदा है। बच्चे छोटे छोटे ने, वो घर वाले ने वेख लिया, डॉक्टर का इत्ते ही लाता है, साल कढ़ लवे, 2 साल कढ़ ले, 4 साल निकल जाए, जिन्नी चिर रहने ऑक्सीजन ला के कम नहीं कोई कर सकता। हुण इन्ना छोटा है, वो बच्चे छोटे ने। तो उन्होंने माता जे जिउंदी सी, वो परिवार नूं लेके दोवां भरावां ने कहा गुरुद्वारा साहब अरदास कराओ। किसी ने कहा, वो गुरुद्वारे आ गए। जदों उत्थे ऑकलैंड आए हो वीरी रोड ते, तो गुरुद्वारे आए, उत्थे आके बाबा जी नूं कहिंदे, जिहड़े उत्थे बजुर्ग सेवा करते सी, कहंदे बाबा जी अरदास कराउणी तुहाडे तो। कहंदे भाई काहदी? कहंदे जी इहदे बच्चे छोटे छोटे आ, इहदे फेफड़े शिलिंग कर गए, डॉक्टरां ने पक्की ऑक्सीजन लाती है, तो तुसीं अरदास करो ये ठीक हो जाए। अगों बाबा जी ने वो परिवार वाल चंगी तरह वेख्या, ते वेख के मोहरियों कहंदे भाई आपे ही अरदास कर लो, तुहाडा भी गुरु उसे तरह दा है, मेरे तो क्यों कराउणी है? तुसीं गुरु दे सिख कहवाउंदे हो, तां ही गुरु घर आए हो, कहंदे आपे ही अरदास कर लो। तो माई कहनी नहीं बाबा जी तुहाडे तो कराउणी है। कहनी असीं तां बथेरियां कीतियां, साडी कित्थे सुणदे, बाबा जी तुहाडे तो कराउणी है। अगों फिर वो बाबा जी बोले, कहंदे जे भाई मेरे तो अरदास कराउणी भेटा लगनी है। भाई जे मेरे तो अरदास कराउणी ना फिर भेटा लगनी है, नहीं तो गुरु तुहाडा भी है, आपे ही अरदास करो। तो अगों फिर माई कहनी बाबा जी जिहड़ी सेवा लाउणी ला दिओ, पैसे रब दे दिते साडे कोल बहुत ने, जिहड़ी सेवा लाउणी ला दिओ, दसो की भेटा चाहीदी है। जे तुसीं कहो सारे हॉल दा कारपेट की सेवा असीं कर दईए, जे तुसीं कहो असीं 10,000 20,000 डॉलर दे सकते हैं गुरुद्वारे नूं, तुसीं बाबा जी सेवा लाओ किहड़ी लाउणी। ते अगों फिर वो बाबा जी थोड़े औखे होके बोले, कहने माई अपने डॉलर अपने कोले रखो, तुहाडे डॉलर चले नहीं हस्पताल च, ताही गुरुद्वारे आए हो। जे डॉलर चल जाते ठीक हो जाता, तुसीं बाहरों करा लेना सी। जे तुहाडे डॉलर चलते होंदे ना, तुसीं हस्पतालों करा लेना सी। ठीक है, तुहाडे डॉलर चले नहीं तां तुसीं गुरुद्वारे आए हो। इत्थे गल पैसिਆਂ ਦੀ, कारपेट ਦੀ, डॉलरां ਦੀ नहीं, इत्थे तुहानूं सेवा लगनी है। जे तुसीं चाहुंदे हो मैं अरदास करां, फिर भेटा देनी पैनी।
ਹੁਣ ਘਰ ਵਾਲੇ ਹੱਥ ਜੋੜ ਕੇ ਖੜ ਗਏ, ਕਹਿੰਦੇ ਬਾਬਾ ਜੀ ਫਿਰ ਦੱਸੋ ਜੋ ਤੁਸੀਂ ਕਹੋ, ਕਿਉਂਕਿ ਪੈਸਿਆਂ ਵੱਲੋਂ ਤਾਂ ਦਬਕ ਦਿੱਤਾ ਨਾ। ਬਹੁਤੀ ਚੀਜ਼ ਅਸੀਂ ਪੈਸਿਆਂ ਨਾਲ ਹੀ ਖਰੀਦਣਾ ਚਾਹੁੰਦੇ, ਵੀ ਪੈਸਿਆਂ ਨਾਲ ਹੀ ਕੰਮ ਹੋ ਜਾਏ ਜੀ, ਆ ਵੀ ਸਾਡਾ। ਪਰ ਸਾਧ ਸੰਗਤ ਇੱਥੇ ਹੁਣ ਭੇਟਾ ਕਿਹੜੀ ਚੱਲਦੀ ਹੈ, ਜਦੋਂ ਉਹਨਾਂ ਘਰ ਵਾਲਿਆਂ ਹੱਥ ਜੋੜ ਲਏ ਫਿਰ ਕਹਿੰਦੇ ਜੀ ਅੱਛਾ ਜੀ ਬਾਬਾ ਜੀ ਗਲਤੀ ਹੋ ਗਈ, ਦੱਸੋ ਫਿਰ ਬਾਬਾ ਜੀ ਸੇਵਾ ਲਾਓ। ਉਹ ਫਿਰ ਅੱਗੋਂ ਉਹ ਜਿਹੜਾ ਨੌਜਵਾਨ ਆਕਸੀਜਨ ਦਾ ਪੰਪ ਲਾ ਕੇ ਗੁਰਦੁਆਰੇ ਖੜਾ ਸੀ ਨਾ, ਉਹਨੂੰ ਫਿਰ ਕਹਿੰਦੇ ਭਾਈ ਤੇਰੇ ਬੱਚੇ ਵੀ ਆਏ ਨਾਲ, ਤੇਰੇ ਘਰ ਵਾਲੀ? ਉਹ ਕਹਿੰਦਾ ਹਾਂਜੀ ਆਈ ਹੈ, ਉਹ ਵੀ ਕੁੜੀ ਲਾਗੇ ਹੋ ਗਏ। ਕਹਿੰਦੇ ਭਾਈ ਗੱਲ ਸੁਣੋ ਧਿਆਨ ਨਾਲ, ਤੁਹਾਡੀ ਅਰਦਾਸ ਕਰ ਦਿੰਨੇ ਆ, ਮੈਨੂੰ ਵਿਸ਼ਵਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਠੀਕ ਵੀ ਕਰ ਦੇਣਾ, ਪਰ ਇੱਕ ਸ਼ਰਤ ਹੈ ਕਾਕਾ, ਅੱਜ ਤੋਂ ਬਾਅਦ ਦਾੜੀ ਕਟਾਉਣੀ ਬੰਦ ਕਰ, ਤੇ ਅੱਜ ਤੋਂ 13ਵੇਂ ਦਿਨ ਇਸ ਗੁਰਦੁਆਰੇ ਵਿੱਚ ਅੰਮ੍ਰਿਤ ਸੰਚਾਰ ਹੈ, ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ, ਦੋਵੇਂ ਜੀ ਅੰਮ੍ਰਿਤ ਛਕ ਲਓਗੇ। ਹੁਣ ਦੋਵੇਂ ਜਣੇ ਘਰ ਵਾਲਿਆਂ ਵੱਲ ਵੇਖਣ, ਇੱਕ ਦੂਜੇ ਦੇ ਮੂੰਹ ਵੱਲ ਵੇਖਣ। ਕਹਿੰਦੇ ਭਾਈ ਆਹ ਭੇਟ ਆਇਆ ਗੁਰੂ ਦੀ, ਤੁਸੀਂ ਅੰਮ੍ਰਿਤ ਛਕ ਲਓਗੇ, ਅੱਜ ਤੋਂ ਬਾਅਦ ਦਾੜੀ ਕੱਟਣੀ ਬੰਦ ਕਰ, 13ਵੇਂ ਦਿਨ ਇੱਥੇ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਛਕ ਲਓਗੇ। ਫਿਰ ਦੋਵਾਂ ਜੀਆਂ ਨੇ ਹੱਥ ਜੋੜ ਲਏ, ਮੰਨ ਗਏ, ਕਹਿੰਦੇ ਬਾਬਾ ਜੀ ਛਕ ਲਾਂਗੇ, ਬਾਬਾ ਜੀ ਅੰਮ੍ਰਿਤ ਛਕ ਲਾਂਗੇ। ਮਰਦਾ ਕੀ ਨਹੀਂ ਕਰਦਾ, ਜਦੋਂ ਬੰਦੇ ਨੂੰ ਐਂ ਦਿਸਦਾ ਵੀ ਇੱਧਰੋਂ ਮੁੱਕਦਾ ਫਿਰ ਤੁਰਦਾ ਵੀ ਚੰਗੀ ਤਰ੍ਹਾਂ। ਜਦੋਂ ਸਾਧ ਸੰਗਤ ਤੋਂ ਨਹੀਂ ਮੰਨ ਲਿਆ, ਇਹਨੂੰ ਐ ਸਮਝੋ ਵੀ ਦੁੱਖ ਦਾਰੂ ਹੈ ਤੇ ਸੁੱਖ ਰੋਗ ਨੇ, ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁਖ ਤਾਂ ਹਮ ਨਾ ਹੋਈ। ਅੱਜ ਮਨ ਨੂੰ ਦੁੱਖ ਦਾਰੂ ਬਣ ਕੇ ਆ ਗਏ। ਉਹ ਬਾਬਾ ਜੀ ਨੇ ਕਿਹਾ ਭਾਈ ਕੇਸ ਦਾੜੀ ਰੱਖ, ਦਾੜੀ ਕਰਨੀ ਬੰਦ ਕਰ, ਤੇ 13ਵੇਂ ਦਿਨ ਅੰਮ੍ਰਿਤ ਸੰਚਾਰ ਹੈ, ਦੋਵਾਂ ਨੂੰ ਛਕਣਾ ਪੈਣਾ। ਕਹਿੰਦੇ ਉਹਨਾਂ 7 ਵਜਨ ਜੀ ਛਕ ਲਾਂਗੇ ਮਹਾਰਾਜ। ਸਾਧ ਸੰਗਤ ਉਹਨਾਂ ਫਿਰ ਕਹਿੰਦੇ ਹੁਣ ਹੱਥ ਧੋਵੋ, ਚਲੋ ਫਿਰ ਅਰਦਾਸ ਕਰੀਏ। ਉਹ ਬਾਬਾ ਜੀ ਨੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦਸਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕੀਤੀ, ਮਹਾਰਾਜ ਇਸ ਗੱਲ ਕਰਕੇ ਆਏ ਨੇ, ਕਿਰਪਾ ਕਰੋ, ਇਹ ਸਿੱਖੀ ਧਾਰਨ ਕਰਨ ਲਈ ਤਿਆਰ ਨੇ, ਤੁਹਾਡੇ ਪੁੱਤਰ ਧੀਆਂ ਬਣਨ ਵਾਸਤੇ ਤਿਆਰ ਨੇ, ਮਹਾਰਾਜ ਕਿਰਪਾ ਬਖਸ਼ਿਸ਼ ਕਰੋ। ਅਰਦਾਸ ਕਰਾ ਕੇ ਚਲੇ ਗਏ ਤੇ ਸਾਧ ਸੰਗਤ ਉਹਨੇ ਨੌਜਵਾਨ ਨੇ ਪਰਤ ਕੇ ਜਾ ਕੇ ਦਾੜੀ ਨਹੀਂ ਕਟਾਈ, ਸੰਭਾਲ ਕਰਨ ਲੱਗ ਪਿਆ। 2 ਦਿਨ 4 ਦਿਨ 10 ਦਿਨ ਲੰਘੇ, ਜਦੋਂ 13 ਦਿਨਾਂ ਬਾਅਦ ਉਹ ਅੰਮ੍ਰਿਤ ਛਕਣ ਆਏ ਨਾ, 13ਵੇਂ ਦਿਨ ਜਿੱਦਣ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸੀ, ਸਾਧ ਸੰਗਤ ਹੈਰਾਨੀ ਦੀ ਹੱਦ ਨਾ ਰਹੀ। ਜਿਹੜਾ 13 ਦਿਨ ਪਹਿਲਾਂ ਆਕਸੀਜਨ ਦਾ ਪੰਪ ਲੈ ਕੇ ਆਇਆ, ਉਦਣ ਆਕਸੀਜਨ ਦਾ ਪੰਪ ਛੁੱਟ ਗਿਆ, ਖਾਲੀ ਆਪ ਆਇਆ ਪੌੜੀਆਂ ਚੜ੍ਹ ਕੇ। ਤਾਂ ਬਾਬਾ ਜੀ ਬਾਹਰ ਹੀ ਮਿਲ ਪਏ ਪੌੜੀਆਂ ਉੱਤੇ, ਕਹਿੰਦੇ ਭਾਈ ਆ ਗਏ? ਕਹਿੰਦੇ ਹਾਂਜੀ ਬਾਬਾ ਜੀ। ਕਹਿੰਦੇ ਆਕਸੀਜਨ ਦਾ ਪੰਪ? ਕਹਿੰਦੇ ਮਹਾਰਾਜ ਉਹ ਤਾਂ ਛੁੱਟ ਗਿਆ, ਪਰ ਅਜੇ ਥੋੜੀ ਦਿੱਕਤ ਹੈ। ਉਹਨੇ ਦਵੀ ਜ਼ੁਬਾਨ ਨਾਲ ਕਿਹਾ, ਕਹਿੰਦੇ ਬਾਬਾ ਜੀ ਅਜੇ ਥੋੜੀ ਜਿਹੀ ਨਾ ਦਿੱਕਤ ਹੈ ਸਾਹ ਲੈਣ 'ਚ, ਉੱਦਾਂ ਪੰਪ ਨਹੀਂ ਮੈਂ ਲਿਆ ਆਕਸੀਜਨ। ਤਾਂ ਬਾਬਾ ਜੀ ਕਹਿੰਦੇ ਭਾਈ ਜਿਹੜੀ ਥੋੜੀ ਬਹੁਤੀ ਰਹਿ ਗਈ ਅੱਜ ਉਹ ਵੀ ਹਟ ਜਾਣੀ ਹੈ। ਆਖੋ ਵਾਹਿਗੁਰੂ। ਕਹਿੰਦੇ ਜਿਹੜੀ ਥੋੜੀ ਬਹੁਤੀ ਰਹਿ ਗਈ ਉਹ ਵੀ ਅੱਜ ਦੂਰ ਹੋ ਜਾਣੀ ਹੈ, ਤੁਸੀਂ ਅੰਮ੍ਰਿਤ ਛਕੋ। ਉਹ ਦੋਵੇਂ ਜੀ ਮੱਥਾ ਟੇਕ ਕੇ ਅੰਮ੍ਰਿਤ ਸੰਚਾਰ ਹਾਲ ਵਿੱਚ ਚਲੇ ਗਏ। ਤੁਹਾਨੂੰ ਪਤਾ ਹੈ ਜਦੋਂ ਅੰਮ੍ਰਿਤ ਛਕਾਉਂਦੇ ਨੇ, ਜਿਹਨੇ ਅੰਮ੍ਰਿਤ ਛਕਣਾ ਉਹਨੂੰ ਵੀਰ ਆਸਣ ਬਹਿਣਾ ਪੈਂਦਾ, ਜਿਹਨੇ ਅੰਮ੍ਰਿਤ ਛਕਣਾ ਉਹਨੂੰ ਇਦਾਂ ਚੁਲਾ ਅੱਗੇ ਕਰਕੇ ਮੰਗਣਾ ਪੈਂਦਾ ਅੰਮ੍ਰਿਤ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕੱਢਣ ਬਹੁਤ ਪੁੰਨ ਵੱਡਾ ਹੈ। ਉਹ ਜਦੋਂ ਵੀਰ ਆਸਣ ਉਹਦੀ ਵਾਰੀ ਆਈ ਨਾ ਅੰਮ੍ਰਿਤ ਛਕਣ ਦੀ, ਤਾਂ ਵੀਰ ਆਸਣ ਉਹਨੂੰ ਬਿਠਾਇਆ, ਚੁਲੇ ਭਰ ਕੇ 5 ਪਿਆਰਿਆਂ ਨੇ ਪਾਏ, ਤੇ ਅੰਮ੍ਰਿਤ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਛੇਤੀ ਛੇਤੀ ਛਕਣਾ ਪੈਂਦਾ ਵੀ ਡੁੱਲੇ ਨਾ ਥੱਲੇ। ਉਹ ਛਕਾਉਂਦੇ ਗਏ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਛੱਟੇ ਨੇਤਰਾਂ 'ਚ ਪਾਏ, 5 ਚੁਲੇ ਕੇਸਾਂ 'ਚ ਪਾਏ, 5 ਚੁਲੇ ਭਰ ਕੇ ਛਕਾਏ, ਤੇ 17 ਵਾਰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਜਪਾਉਂਦੇ ਰਹੇ। ਜਦੋਂ ਅੰਮ੍ਰਿਤ ਪਾਨ ਹੋ ਗਿਆ ਨਾ, ਤਾਂ ਉਹ ਤੇਜ ਤੇਜ ਅੰਮ੍ਰਿਤ ਛਕਣਾ, ਨਾਲ ਬੋਲਣਾ, ਸਾਹ ਤੇਜ ਹੋ ਗਿਆ, ਤੇ ਉਹਨੂੰ ਪਿੱਛੇ ਫੜ ਕੇ ਬਿਠਾਇਆ। ਉਹਦੀ ਹਾਲਤ ਵਿਗੜਨ ਲੱਗ ਪਈ, ਕਿਉਂਕਿ ਅਜੇ ਫੇਫੜੇ ਜਿਹੜੇ ਪੂਰੀ ਤਰ੍ਹਾਂ ਕੰਮ ਨਹੀਂ ਸੀ ਕਰਦੇ। ਉਹਦੇ ਘਰ ਵਾਲੀ ਨੇ ਅੰਮ੍ਰਿਤ ਛਕ ਲਿਆ। ਥੋੜੀ ਦੇਰ ਉਹ ਕੰਧ ਦੇ ਨਾਲ ਪਿੱਛੇ ਸਹਾਰਾ ਬੈਠਾ ਰਿਹਾ, ਪਰ ਉਹਦੀ ਆਕਸੀਜਨ ਘਟਣ ਲੱਗ ਪਈ, ਉਹਨੂੰ ਥੋੜੀ ਧੜਕਣ ਤੇਜ਼ ਹੋ ਗਈ। ਜਦੋਂ ਔਖਾ ਲੱਗਾ, ਆਲੇ ਦੁਆਲੇ ਵਿੱਚ ਰੌਲਾ ਪਾਇਆ, ਉਹਨਾਂ ਬਾਹਰ ਜਾ ਕੇ ਉਹਨੂੰ ਬਾਹਰ ਲੈ ਗਏ, ਕਿਉਂ ਅੰਮ੍ਰਿਤ ਸੰਚਾਰ ਹੋ ਚੁੱਕਾ ਸੀ। ਐਂਬੂਲੈਂਸ ਕਾਲ ਕਰਨੀ ਪਈ ਆਕਲੈਂਡ ਤੋਂ। ਉਸੇ ਵਕਤ ਤੁਹਾਨੂੰ ਪਤਾ ਬਾਹਰ ਤਾਂ 5 ਮਿੰਟ 'ਚ ਐਂਬੂਲੈਂਸ ਆ ਜਾਂਦੀ, 5 ਮਿੰਟਾਂ ਵਿੱਚ ਐਂਬੂਲੈਂਸ ਗੁਰਦੁਆਰੇ ਪਹੁੰਚ ਗਈ। ਉਹਨੂੰ ਚੁੱਕ ਕੇ ਲੈ ਗਏ ਹਸਪੀਟਲ।
ਉਹਦੇ ਘਰ ਵਾਲੇ ਬਾਹਰ ਬੈਠੇ ਸੀ, ਉਹ ਵੀ ਮਗਰ ਗਏ ਤੇ ਉਹਦੇ ਘਰ ਵਾਲੀ ਅੰਮ੍ਰਿਤ ਸੰਚਾਰ ਹਾਲ ਵਿੱਚ ਰਹੀ। ਜਦੋਂ ਸਮਾਪਤੀ ਹੋਈ ਉਹ ਉੱਠ ਕੇ ਸਿੱਧੀ ਉਹ ਬਾਬਾ ਜੀ ਦੇ ਕੋਲ ਗਏ, ਗੁਰਦੁਆਰੇ ਵਾਲਿਆਂ ਕੋਲ। ਉਹਨਾਂ ਨੂੰ ਜਾ ਕੇ ਕਹਿੰਦੀ ਬਾਬਾ ਜੀ ਅੰਮ੍ਰਿਤ ਛਕ ਲਿਆ। ਕਹਿੰਦੇ ਭਾਈ ਬਹੁਤ ਵਧਾਈ ਹੋਵੇ ਫਿਰ ਤੁਹਾਨੂੰ। ਕਹਿੰਦੀ ਬਾਬਾ ਜੀ ਤੁਹਾਡਾ ਵੀ ਧੰਨਵਾਦ, ਪਰ ਉਹਨਾਂ ਦੀ ਹਾਲਤ ਵਿਗੜ ਗਈ ਮੇਰੇ ਘਰ ਵਾਲੇ ਦੀ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਜੀ ਜਦੋਂ ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਛਕਿਆ, ਉਸ ਤੋਂ ਬਾਅਦ ਧੜਕਣ ਤੇਜ਼ ਹੋ ਗਈ, ਆਕਸੀਜਨ ਘਟ ਗਈ, ਉਹ ਪੂਰੀ ਤਰ੍ਹਾਂ ਸਾਹ ਨਹੀਂ ਸੀ ਲੈਂਦੇ, ਐਂਬੂਲੈਂਸ ਬੁਲਾਉਣੀ ਪਈ। ਤਾਂ ਬਾਬਾ ਜੀ ਅੱਗੇ ਬੋਲੇ, ਕਹਿੰਦੇ ਅੰਮ੍ਰਿਤ ਤਾਂ ਛਕ ਲਿਆ ਨਾ? ਕਹਿੰਦੇ ਹਾਂਜੀ ਅੰਮ੍ਰਿਤ ਛਕ ਲਿਆ। ਅੰਮ੍ਰਿਤ ਪਾਨ ਕਰਨ ਤੋਂ ਬਾਅਦ ਇਦਾਂ ਹੋਇਆ। ਦਵਾ ਦਵ ਕਾਲੀ ਕਾਲੀ ਚੁਲੇ ਛਕਣੇ ਪਏ ਅੰਮ੍ਰਿਤ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਪਿਆ। ਕਹਿੰਦੇ ਜੀ ਬਾਅਦ ਵਿੱਚ ਇਦਾਂ ਹੋਇਆ। ਕਹਿੰਦੇ ਕੋਈ ਗੱਲ ਨਹੀਂ ਭਾਈ, ਗੁਰੂ ਨੇ ਕਿਰਪਾ ਕੀਤੀ ਆ, ਅੰਮ੍ਰਿਤ ਛਕ ਲਿਆ, ਜਿਹੜੀ ਥੋੜੀ ਬਹੁਤੀ ਵੀ ਹੁਣ ਰਹਿੰਦੀ ਹੈ ਉਹ ਠੀਕ ਹੋ ਜਾਊਗੀ ਜਾ ਕੇ। ਤੇ ਸਾਧ ਸੰਗਤ ਉਹ ਹਸਪੀਟਲ ਗਏ, ਉਹਨੇ ਟੈਸਟ ਕੀਤੇ। ਇੱਕ ਰਾਤ ਉਹਨਾਂ ਨੇ ਉੱਥੇ ਰੱਖਿਆ, ਜਿਹੜੇ ਰਾਤ ਨੂੰ ਤੀਜੀ ਵਾਰ 10 ਵਜੇ ਟੈਸਟ ਆਏ ਨਾ, ਉਹਦੇ ਟੈਸਟਾਂ ਦੀ ਰਿਪੋਰਟ ਹੈਰਾਨੀ ਦੀ ਹੱਦ ਨਾ ਰਹੀ। 1-2 ਘੰਟਿਆਂ ਵਿੱਚ ਹੀ ਉਹਦੀ ਆਕਸੀਜਨ ਸਹੀ ਹੋ ਗਈ, ਸਾਹ ਸਹੀ ਲੈਣ ਲੱਗ ਪਿਆ। ਜਿਹੜੇ ਰਾਤੀ 10 ਵਜੇ ਰਿਪੋਰਟ ਆਈ, ਉਹਦੇ ਵਿੱਚ ਜਿਹੜੇ ਸ਼ਲਿੰਗ ਕੀਤੇ ਹੋਏ ਫੇਫੜੇ ਸੀ ਉਹ ਬਿਲਕੁਲ 100% ਸਹੀ ਕੰਮ ਕਰਦੇ ਨੇ। ਉਹ ਫੇਫੜੇ ਸ਼ਲਿੰਗ ਕੀਤੇ ਸਹੀ ਆਕਸੀਜਨ ਦੇਣ ਲੱਗ ਪਏ। ਅਗਲੀ ਸਵੇਰ ਉਹਨਾਂ ਨੂੰ ਛੁੱਟੀ ਹੋਈ, ਉਹ ਰਿਪੋਰਟਾਂ ਲੈ ਕੇ ਗੁਰਦੁਆਰੇ ਆਏ। ਮੇਰੇ ਚੱਲਦੇ ਦੀਵਾਨ ਵਿੱਚ ਉਹਨਾਂ ਨੂੰ ਕਥਾ ਤੋਂ ਬਾਅਦ ਸੰਗਤ ਵਿੱਚ ਖਿਲਾਰਿਆ ਗਿਆ। ਉਹਨੇ ਉੱਠ ਕੇ ਨੌਜਵਾਨ ਨੇ ਕਿਹਾ, ਉਹ ਭਾਈ ਜਿਹਨੂੰ ਗੁਰੂ ਤੇ ਸ਼ੱਕ ਹੋਵੇ ਅੱਜ ਉਹ ਵੇਖ ਲੈ, ਆਹ ਵੇਖੋ ਮੇਰੀਆਂ ਪਹਿਲੀਆਂ ਰਿਪੋਰਟਾਂ ਜਿਹਦੇ ਵਿੱਚ 80% ਫੇਫੜੇ ਕੰਮ ਨਹੀਂ ਕਰਦੇ, ਡੈਮੇਜ ਨੇ, ਫੇਫੜੇ ਸ਼ਲਿੰਗ ਹੋ ਗਏ ਨੇ। ਆਹ ਵੇਖੋ ਮੇਰੀ ਅੰਮ੍ਰਿਤ ਛਕਣ ਤੋਂ ਬਾਅਦ ਦੀ ਰਿਪੋਰਟ 100% ਕੰਮ ਕਰਦੇ ਨੇ। ਸਾਧ ਸੰਗਤ ਇੰਨੀ ਵੱਡੀ ਤਾਕਤ ਹੈ ਗੁਰੂ ਦੇ ਨਾਮ ਵਿੱਚ, ਗੁਰੂ ਦੀ ਬਾਣੀ ਵਿੱਚ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਆਪਾਂ ਗੁਰੂ ਵਾਲੇ ਬਣ ਕੇ ਤਾਂ ਵੇਖੀਏ, ਕੋਈ ਗੁਰੂ ਦਾ ਅੰਮ੍ਰਿਤ ਪਾਨ ਕਰਦਾ ਇੰਨੀ ਵੱਡੀ ਉਹਦੀ ਸ਼ਕਤੀ ਨਾਲ। ਔਰ ਇੱਕ ਚੀਜ਼ ਹੋਰ, ਤੁਸੀਂ ਅੰਮ੍ਰਿਤ ਪਾਨ ਕਰਨਾ, ਜਿੱਦਣ ਅੰਮ੍ਰਿਤ ਪਾਨ ਕਰਦੇ ਹੋ ਉਦਣ ਸਤਿਗੁਰ ਕੇ ਜਨਮੇ ਗਵਨ ਮਟਾਇਆ। ਅੰਮ੍ਰਿਤ ਛਕਣ ਵਾਲਾ ਉਹਦੇ ਪਿਛਲੇ ਜੀਵਨ ਦੀ ਜ਼ਿੰਮੇਵਾਰੀ ਦਸਮ ਪਾਤਸ਼ਾਹ ਆਪ ਨਿਬੇੜਦੇ ਨੇ। ਇਹ ਵੀ ਸੱਚ ਹੈ, ਉਦਣ ਜੋ ਮਨ ਵਿੱਚ ਧਾਰ ਕੇ ਮੰਗ ਲਓਗੇ ਗੁਰੂ ਨੂੰ ਦੇਣਾ ਪੈਂਦਾ। ਅੰਮ੍ਰਿਤ ਛਕ ਕੇ ਜੋ ਉਸ ਦਿਨ ਮੰਗ ਲਓ ਉਹ ਗੁਰੂ ਨੂੰ ਅਨਕੰਡੀਸ਼ਨਲ ਦੇਣਾ ਪੈਂਦਾ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਦਣ ਕੰਗੜ ਦੇ ਚੌਧਰੀ ਭਾਈ ਸ਼ਮੀਰੇ ਨੂੰ ਅੰਮ੍ਰਿਤ ਪਾਨ ਕਰਾਇਆ ਨਾ, ਉਸ ਤੋਂ ਪਹਿਲਾਂ ਹਜ਼ੂਰ ਨੇ ਕਿਹਾ ਸੀ 14 ਜਨਮ ਤੇਰੇ ਧਰਤੀ ਤੇ ਹੋਣੇ, ਭੋਗਣੇ ਪੈਣਗੇ ਤੈਨੂੰ। ਕਹਿੰਦਾ ਮਹਾਰਾਜ ਕਿਰਪਾ ਕਰੋ। ਫਿਰ ਹਜ਼ੂਰ ਨੇ ਕਿਹਾ ਕਿਰਪਾ ਤਾਂ ਇਹ ਆ ਵੀ ਤੂੰ ਰਾਜ ਮੰਗਣ ਆਇਆ ਤੇ ਰਾਜ ਲੈ ਲਾ, ਪੈਸਾ ਮੰਗਣ ਆਇਆ ਤੇ ਪੈਸਾ ਲੈ ਲਾ, ਦੱਸ ਕੀ ਚਾਹੀਦਾ? ਉਹਨੇ ਕਿਹਾ ਮਹਾਰਾਜ ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਪੈਸਾ ਨਹੀਂ ਚਾਹੀਦਾ, ਮਹਾਰਾਜ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਸਤਿਗੁਰੂ ਮੈਨੂੰ ਤਾਂ ਮੁਕਤੀ ਵੀ ਨਹੀਂ ਚਾਹੀਦੀ, ਚਰਨਾਂ 'ਚ ਥਾਂ ਦੇ ਦਿਓ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਿਹਾ, ਕਹਿੰਦੇ ਜੇ ਫਿਰ ਚਰਨਾਂ 'ਚ ਥਾਂ ਚਾਹੀਦੀ ਨਾ, ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ, ਸਿਰਫ ਚਰਨਾਂ 'ਚ ਥਾਂ ਚਾਹੀਦੀ ਹੈ, ਜਾ ਸ਼ਮੀਰਿਆ ਫਿਰ ਖੰਡੇ ਵਾਟੇ ਦੀ ਪੌਲ ਛਕ ਲਾ। ਘਰ 'ਚ ਕਿਸੇ ਨਾਲ ਸਲਾਹ ਨਾ ਕਰੀ। ਭਾਈ ਸ਼ਮੀਰੇ ਨੇ ਖੰਡੇ ਵਾਟੇ ਦੀ ਪੌਲ ਛਕੀ ਔਰ ਕੰਗੜ ਦੇ 2 ਉਹਦੇ ਭਰਾ ਖਾਲੀ ਰਹਿ ਗਏ। ਨਾ ਲਖਮੀਰੇ ਨੂੰ ਦਾਤ ਮਿਲੀ, ਨਾ ਤਖਤ ਮੱਲ ਨੂੰ ਦਾਤ ਮਿਲੀ। ਇੱਕੋ ਹੀ ਭਾਈ ਸ਼ਮੀਰੇ ਨੇ ਖੰਡੇ ਵਾਟੇ ਦੀ ਪੌਲ ਛਕੀ। ਜਿੱਦਣ ਮਹਾਰਾਜ ਦੀਨੇ ਕੰਗੜ ਤੋਂ, ਜਿੱਥੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਬਣਿਆ, ਉੱਥੋਂ ਮਹਾਰਾਜ ਚੱਲਣ ਲੱਗੇ, ਹੱਥ ਜੋੜ ਕੇ ਚਰਨਾਂ ਝੁੱਕ ਕੇ ਰੋ ਪਿਆ ਭਾਈ ਸ਼ਮੀਰਾ। ਕਹਿੰਦਾ ਮਹਾਰਾਜ ਫਿਰ ਪਤਾ ਨਹੀਂ ਜ਼ਿੰਦਗੀ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ, ਹੇ ਕਲਗੀਧਰ ਪਾਤਸ਼ਾਹ ਮੇਰਾ ਜਨਮ ਮਰਨ ਮਿਟਾ ਦਿਓ। ਪਾਤਸ਼ਾਹ ਕਹਿੰਦੇ ਕਿਹੜਾ ਜਨਮ ਮਰਨ? ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਸੀ ਨਾ 14 ਜਨਮ ਹੋਣੇ ਤੇਰੇ। ਮਹਾਰਾਜ ਮੈਨੂੰ ਚਰਨਾਂ 'ਚ ਥਾਂ ਦੇ ਦਿਓ, ਮੇਰੇ 14 ਜਨਮ 84 ਕੱਟ ਦਿਓ, ਜਨਮ ਮਰਨ ਮੇਰਾ ਮਿਟਾ ਦਿਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਸ਼ਮੀਰਿਆ ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੌਲ ਛਕੀ ਹੈ। ਜਿੱਦਣ ਅੰਮ੍ਰਿਤ ਛਕਿਆ ਉਦਣ ਤੈਨੂੰ ਸੁਪਨਾ ਆਇਆ ਸੀ ਕੋਈ? ਚਿੱਤੇ ਕੀਤਾ। ਕਹਿੰਦਾ ਹਾਂ ਮਹਾਰਾਜ, ਜਿੱਦਣ ਅੰਮ੍ਰਿਤ ਛਕਿਆ ਉਦਣ ਰਾਤ ਨੂੰ ਸੁਪਨੇ ਬੜੇ ਡਰਾਉਣੇ ਆਏ। ਕਹਿੰਦੇ ਤੈਨੂੰ ਸੁਪਨੇ ਡਰ ਵਾਲੇ ਆਏ? ਕਹਿੰਦੇ ਹਾਂ ਮਹਾਰਾਜ। ਪਾਤਸ਼ਾਹ ਹੱਸ ਪਏ, ਕਹਿੰਦੇ ਸ਼ਮੀਰਿਆ ਹੁਣ ਕਿਹੜਾ ਜਨਮ ਮਰਨ ਹੋਏ,
तेरे 14 ਦੇ 14 जन्म राती सुपने विच ही कट दिते सी। खंडे वाटे दी पौल छकण तो बाद गुरु जन्म मरण मिटा दिंदा है, सुपने विच वो जन्म मरण दे दुख कट दिंदा है। इनू पातशाह ने लिख के दिता है, कहंदे ने सो को टल गुर सेवीए अहनस सहज सो पाए दर्शन परसे गुरु के जन्म मरण दुख होवे सिफत खसम दी नूर अरसों कुरसों चट्टीए तुद डिठे सच्चे पातशाह मल जन्म जन्म दी श्री हर कृष्ण ते आई है जिस डिठे सब दुख तुद डिठे सच्चे पातशाह मल जन्म जन्म दी कट्टी। इनू भट्ट साहबाना कहा किहड़ी चीज़ है जिहड़ी गुरु के दर्शनों चों नहीं मिलती, किहड़ा पदार्थ है जिहड़ा गुरु के दर्शनों चों नहीं मिलता, किहड़ा सुख है जिहड़ा गुरु के दर्शनों चों नहीं मिलता। भाई कोई सेवा करके वेखे, किहड़ा पाप है जिहड़ा गुरु के दर्शन कीते दूर नहीं हुंदा, पर शर्त एक है कोई भावना नाल प्रेम नाल दर्शन करे गुरु दे। अज भी उही शक्ति है गुरु च, अज भी भावना ते प्रेम चाहिए, वड्डे तो वड्डे पाप मिट जाते हैं। भट्ट साहबाना बचन कहा गुर अमरदास परसीए पढ़ो पूहम पातिक विनाशे, इन्ने पाप मिट जाएंगे। गुर अमरदास परसीए सिद्ध साधक आस हसे, गुर अमरदास परसीए ध्यान लईए पौ मुके, गुर अमरदास परसीए अपौल बै गो चुकै। अगे पढ़ियो एक बिन दुगुण जो तौर है जां सुमंत्र मान वैले, जाल पा पदार्थ इतड़े गुर अमरदास डिठे मिले, श्री हर कृष्ण ते आई है जिस डिठे गुर अमरदास डिठे मिले, श्री हर कृष्ण ते आई है जिस डिठे सब दुख। भाई की है जो गुरु के दर्शनों चों नहीं मिलता, कोई करके वेखे। वो सज्जन पटियाले रहिंदे ने, साध संगत ते गुरु की वडियाई कई बार सुनाई हुई अगे तो अगे सानू राह दिंदी है, क्योंकि गुरु का उपदेश दीवे की न्याई है। गुरु की बाणी गुरु का उपदेश गुरु के घर की साखी जिहड़ी है, गुरसाखी का उजियारा तो मिटिया सगल अंधियारा। एक कथा नैट उत्ते मैं पिछे जदों मई महीने आप इत्थे कालका जी आए तो उत्थों रिकॉर्ड हुई कथा वो चैनल वालियां ने पा दी, उहदा असर अगे होया। उस सज्जन पटियाले रहिंदे ने, उन्हां दे लड़के ने ग्रैजुएशन की हुई है। हर एक बच्चे का रुझान है हुण ज़्यादातर पंजाब विच भी बाहर जाना है। अच्छा उन्होंने आईलैट्स करके फाइल लाती, उहदे 7.5 बैंड तो उपर, एक चों 7.5 3 चों 8 बैंड, वो बहुत पढ़िया लिखा बच्चे। जदों उन्हें फाइल ला दी, वो फाइल लाई तो 20-25 दिनों बाद रिजैक्ट हो गई। उनके शायद कोई पेपर घट है, एजेंट ने कहा दोबारा लाओ जी। कई बार उदा ही कह देंगे ने, अफसर नहीं वेखदा चंगी तरह, दोबारा पेपर लाए, दूजी बार रिफ्यूजल आ गई। हुण एक थां तो एक एजेंट तो 2 बार फाइलां लवाइयां ते 2 बार रिफ्यूजल आ गई। उन्हें एजेंट बदल लिया, किसी होर एजेंट कोल फाइल लाई। जदों उहदे कोल लाउण गए, उन्हें पहले एजेंट विच 20 कमियां कढ़ियां। कहंदे उन्हें आ भी नहीं कीता जी, आ भी नहीं शो कीता, इदां नहीं जी लाया। वो कहते फिर तुसीं ला दिओ, पैसे मुका ले, उधरों पैसे मुड़ा ले। जदों उहदे कोल लाई, जिहड़ा दूजे च 20 कमियां कढ़दा सी, ओहदी लगी होई फाइल जिहड़ी साध संगत महीना 1.5 महीना पिंड गए, 1.5 महीने बाद ओहदी भी रिफ्यूजल आ गई। हुण वो बच्चा टेंशन लैण लग पिया, उहदे नाल दे बच्चे बाहर जा चुके सी। जदों 2-3 बार रिफ्यूजल आ गई, वो बच्चा टेंशन में रहन लग पिया। घर में कल कलेस करे, जवान बच्चे ने, मां प्यो नाल मूँह कलमी मोहरे करते हैं, बोलते हैं। जदों दुखी हो गए तो साध संगत तो उन्होंने भूआ है, उन्होंने वो नैट तो कथा सुनी, उन्हें जाके अगे कहा भी ऐ करो
ਤੁਸੀਂ ਅਰਦਾਸ ਕਰੋ ਗੁਰਦੁਆਰੇ ਜਾ ਕੇ, ਤੂੰ ਸੇਵਾ ਕਰ। ਆਪਣੇ ਭਤੀਜੇ ਨੂੰ ਕਿਹਾ ਸੇਵਾ ਕਰਕੇ ਵੇਖ, ਤੂੰ ਤਾਂ ਇੰਨਾ ਪੜ੍ਹਿਆ ਲਿਖਿਆ ਹੈ। ਇੱਥੇ ਤਾਂ ਜਿਨ੍ਹਾਂ ਦੇ 5.5 6 ਬੈਂਡ ਸੀ ਉਹ ਬਾਹਰ ਚਲੇ ਗਏ। ਕਹਿੰਦੀ ਤੂੰ ਸੇਵਾ ਕਰਕੇ ਵੇਖ। ਕਹਿੰਦੀ ਮੈਂ ਕਥਾ ਸੁਣੀ ਹੈ। ਜਦੋਂ ਉਹਨੇ ਉਹਨੂੰ ਦੱਸਿਆ, ਉਹ ਬੱਚੇ ਦੇ ਮਨ 'ਚ ਵਿਸ਼ਵਾਸ ਜਾਗ ਗਿਆ। ਤਾਂ ਦੂਖਨਿਵਾਰਨ ਸਾਹਿਬ ਪਟਿਆਲੇ ਸੇਵਾ ਕਰਨ ਆ ਗਿਆ, ਕਿਉਂਕਿ ਪਟਿਆਲੇ ਦਾ ਰਹਿਣ ਵਾਲਾ ਸੀ। ਜਦੋਂ ਦੂਖਨਿਵਾਰਨ ਸਾਹਿਬ ਆਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਹਨੇ ਸੇਵਾ ਸ਼ੁਰੂ ਕੀਤੀ। ਉਹ ਸੇਵਾ ਕਰਕੇ ਬਾਹਰ ਨਿਕਲੇ ਤੇ ਬਾਹਰ ਇੱਕ ਮਹਾਂਪੁਰਸ਼ ਮਿਲੇ, ਕਾਰ ਸੇਵਾ ਵਾਲੇ। ਸਾਧ ਸੰਗਤ ਤੋਂ ਸਰਹਾਲੀ ਸਾਹਿਬ ਕਾਰ ਸੇਵਾ ਸੰਸਥਾ ਪੰਜਾਬ ਵਿੱਚ, ਉਹ ਬਹੁਤ ਸੇਵਾ ਕਰਦੇ, ਉਹਨਾਂ ਦੇ ਮਹਾਂਪੁਰਸ਼। ਉਹਨਾਂ ਦੇ ਨਾਲ ਕਈ ਸੰਗਤ, ਉਹਨੇ ਵੀ ਨੌਜਵਾਨ ਨੇ ਫਤਿਹ ਬੁਲਾਈ। ਤਾਂ ਮਹਾਂਪੁਰਸ਼ ਸੁਭਾਵਕ ਉਹਨੂੰ ਪੁੱਛਦੇ ਪਿਆਰ ਨਾਲ, ਕਹਿੰਦੇ ਕਾਕੇ ਕੀ ਕਰਦਾ ਹੁੰਦੇ? ਕਹਿੰਦਾ ਜੀ ਬਾਹਰ ਦੀ ਫਾਈਲ ਲਾਈ ਸੀ, ਰਿਫਿਊਜ਼ਲ ਆ ਗਈ। ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮਾਸਟਰ ਡਿਗਰੀ ਕਰਨ ਵਾਸਤੇ ਲਾਇਆ ਬਾਹਰ। ਤਾਂ ਨਾਲੇ ਉਹ ਮੂੰਹ ਢਿੱਲਾ ਜਿਹਾ ਕਰਕੇ ਅਫਸੋਸ ਵਿੱਚ ਕਹਿੰਦਾ ਜੀ ਰਿਫਿਊਜ਼ਲਾਂ ਆ ਗਈਆਂ 3 ਵਾਰ, ਤਾਂ ਮੈਂ ਹੁਣ ਸੇਵਾ ਕਰਨ ਆਇਆ। ਤਾਂ ਉਹ ਬਾਬਾ ਜੀ ਮੋਢੇ ਤੇ ਹੱਥ ਧਰ ਕੇ ਨਾ ਉਹਨੂੰ ਪਿਆਰ ਨਾਲ ਕਹਿਣ ਲੱਗ ਪਿਆ, ਕਹਿੰਦੇ ਤੂੰ ਬਾਹਰ ਜਾ ਕੇ ਕੀ ਕਰਨਾ? ਕਹਿੰਦਾ ਜੀ ਸਾਰੇ ਕੈਨੇਡਾ ਜਾਂਦੇ, ਮੈਂ ਵੀ ਜਾਣਾ। ਕਹਿੰਦੇ ਜੇ ਜਾਏਗਾ ਫਿਰ ਉੱਥੇ ਜਾ ਕੇ ਕੀ ਕਰਨਾ ਬੇਟਾ? ਕਹਿੰਦੇ ਜੀ ਉੱਥੇ ਵਰਕ ਪਰਮਿਟ ਮਿਲਦਾ ਹੈ, ਨਾਲ ਦੀ ਨਾਲ ਸਟੱਡੀ ਕਰਾਂਗਾ, ਨਾਲ ਵਰਕ ਪਰਮਿਟ ਫਿਰ ਮਿਲ ਜਾਏਗਾ। ਸਟੱਡੀ ਪੂਰੀ ਹੋ ਗਈ ਫਿਰ ਮੈਂ ਵਰਕ ਪਰਮਿਟ ਤੇ ਹੋ ਜਾਣਾ। ਕਹਿੰਦੇ ਫਿਰ ਉਸ ਤੋਂ ਬਾਅਦ ਕੀ ਮਿਲੇਗਾ? ਕਹਿੰਦਾ ਬਾਬਾ ਜੀ ਫਿਰ ਮੈਂ PR ਹੋ ਜਾਣਾ। ਬਾਬਾ ਜੀ ਕਹਿੰਦੇ ਫਿਰ? ਕਹਿੰਦੇ ਜੀ ਫਿਰ ਤਾਂ ਕਹਾਣੀ ਖਤਮ ਹੈ, ਫਿਰ ਮੈਂ ਕੈਨੇਡਾ ਪੱਕਾ ਹੋ ਗਿਆ ਸਮਝੋ ਜੀ, ਫਿਰ ਉਸ ਤੋਂ ਬਾਅਦ ਮੈਨੂੰ ਕੀ ਚਾਹੀਦਾ? ਤਾਂ ਬਾਬਾ ਜੀ ਹੱਸ ਪਏ, ਕਹਿੰਦੇ ਉਸ ਤੋਂ ਅੱਗੇ ਕੁਝ ਚਾਹੀਦਾ ਦੱਸ। ਕਹਿੰਦੇ ਨਹੀਂ ਜੀ ਬਸ ਮੈਨੂੰ ਵੀਜ਼ਾ ਲੱਗ ਜਾਏ, ਮੈਂ ਬਾਹਰ ਜਾਣਾ, ਫਿਰ 1 ਸਾਲ ਉੱਥੇ 1.5 ਸਾਲ ਸਟੱਡੀ ਕਰਕੇ ਮੈਂ PR ਪਾ ਦੇਣੀ ਹੈ, ਜਾਂ PR ਹੋ ਗਿਆ ਫਿਰ ਠੀਕ ਆ ਜੀ। ਤਾਂ ਬਾਬਾ ਜੀ ਹੱਸ ਪਏ, ਕਹਿੰਦੇ ਭਾਈ ਕਾਕੇ ਤੈਨੂੰ ਸਿੱਧਾ PR ਭੇਜ ਦਿੰਨੇ ਆ। ਉਹ ਕਹਿੰਦਾ ਬਾਬਾ ਜੀ ਸਿੱਧੇ ਨਹੀਂ ਜਾ ਸਕਦੇ, ਕਿਉਂਕਿ ਉਹਦੇ ਮਨ 'ਚ ਪਤਾ ਕੀ ਸੀ, ਵੇ ਬਾਬੇ ਤਾਂ ਐਵੇਂ ਅਨਪੜ੍ਹ, ਬਾਬਿਆਂ ਨੂੰ ਕੀ ਪਤਾ ਵੀ ਕਿਵੇਂ ਕਿਸ ਤਰ੍ਹਾਂ ਫਾਈਲ ਲਾਈ ਦੀ। ਕਹਿੰਦੇ ਬਾਬਾ ਜੀ ਸਿੱਧਾ ਨਹੀਂ ਜਾ ਸਕਦੇ। ਕਹਿੰਦੇ ਨਹੀਂ ਭਾਈ ਜੀ ਸਿੱਧਾ ਹੀ PR ਭੇਜ ਦਈਏ। ਤਾਂ ਅੱਗੋਂ ਕਹਿੰਦਾ ਬਾਬਾ ਜੀ ਇਦਾਂ ਥੋੜੀ ਜਾ ਸਕਦਾ, ਐਂ ਥੋੜੀ ਜਾ ਸਕਦੇ, ਸਿੱਧਾ PR ਕਿਵੇਂ ਚੱਲ ਜਾਏਗਾ? ਤਾਂ ਉਹ ਬਾਬਾ ਜੀ ਕਹਿੰਦੇ ਕਿੰਨੇ ਦਿਨ ਇੱਥੇ ਸੇਵਾ ਕਰਨੀ ਹੈ? ਕਹਿੰਦਾ ਜੀ ਅੱਜ ਤਾਂ ਹਜੇ ਪਹਿਲਾ ਦਿਨ ਹੈ। ਤਾਂ ਬਾਬਾ ਜੀ ਕਹਿੰਦੇ ਚੱਲ ਮਹੀਨਾ ਕਲਾ ਲਾ, ਫਿਰ ਸੇਵਾ ਕਰ ਲਾ। ਉਸ ਤੋਂ ਬਾਅਦ ਸਿੱਧੀ PR ਦੀ ਫਾਈਲ ਲਾਈ। ਉਹਨੂੰ ਵਿਸ਼ਵਾਸ ਨਹੀਂ ਆਇਆ ਵੀ ਇਹ ਤੇ ਸਿੱਧਾ ਜਿਹਾ ਚੋਲਾ ਪਾਇਆ ਹੋਇਆ ਕਾਰ ਸੇਵਾ ਵਾਲੇ, ਇਹਨਾਂ ਨੂੰ ਕੀ ਪਤਾ ਸਟੱਡੀ ਕੀ ਹੁੰਦੀ ਹੈ। ਪਰ ਉਹਨੇ 1 ਮਹੀਨਾ ਉਸ ਮਹਾਂਪੁਰਸ਼ਾਂ ਦੀ ਗੱਲ ਮੰਨ ਲਈ, ਉਹ ਸੇਵਾ 1 ਮਹੀਨਾ ਕਰਦਾ ਰਿਹਾ। ਦੂਖਨਿਵਾਰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਰਨ 1 ਮਹੀਨਾ ਉਹਨੇ ਸੇਵਾ ਕੀਤੀ, ਬਰਤਨ ਮੰਜੇ, ਸੇਵਾ ਕੀਤੀ, ਬਾਣੀ ਪੜ੍ਹੀ। ਮਹੀਨੇ ਬਾਅਦ ਆਪਣੇ ਆਪ ਉਹਦੇ ਮਨ ਤੇ ਉਹ ਬਚਨਾਂ ਦਾ ਅਸਰ ਹੋ ਗਿਆ। ਸਾਧ ਸੰਗਤ ਸਾਧੂ ਜਪਣ ਵਾਲਾ ਹੋਵੇ ਤਾਂ ਉਹਦਾ ਅਸਰ ਜ਼ਰੂਰ ਹੁੰਦਾ ਹੈ। ਉਹਨੇ ਆਪਣੇ ਪਿਓ ਨੂੰ ਵੀ ਕਿਹਾ, ਕਹਿੰਦਾ ਮੈਨੂੰ ਇੱਕ ਦਿਨ ਉਹ ਫਲਾਨੇ ਮਹਾਂਪੁਰਸ਼ ਮਿਲੇ ਸੀ, ਉਹਨੇ ਕਿਹਾ ਸਿੱਧੀ PR ਦੀ ਲਾਓ। ਏਜੰਟ ਕੋਲ ਚਲਾ ਗਿਆ, ਕਹਿੰਦਾ ਅਸੀਂ PR ਫਾਈਲ ਲਾਉਣੀ ਹੈ। ਉਹ ਕਹਿੰਦਾ ਤੇਰੀ ਕਿਵੇਂ ਲੱਗ ਜਾਏ? ਕਹਿੰਦਾ ਮੈਨੂੰ ਨਹੀਂ ਪਤਾ, ਤੁਸੀਂ ਦੇਖੋ ਕਿਵੇਂ ਲਾਉਣੀ ਹੈ। ਤੇ ਸਾਧ ਸੰਗਤ ਉਹਦੇ ਪੁਆਇੰਟ ਬੇਸ ਤੇ ਉਹਨੇ ਸਿੱਧੀ PR ਫਾਈਲ ਲਾਈ, ਜਿਹਦੀ ਬਿਲਕੁਲ ਇੰਨੀ ਉਮੀਦ ਨਹੀਂ ਸੀ ਵੀ ਲੱਗ ਜਾਏਗਾ। ਤੁਸੀਂ ਹੈਰਾਨ ਹੋਵੋਗੇ, 1 ਮਹੀਨਾ ਸੇਵਾ ਕਰਕੇ ਉਹ ਬੱਚੇ ਨੇ ਫਾਈਲ ਲਾਈ ਹੈ। 21 ਦਿਨਾਂ ਬਾਅਦ ਉਹਦਾ ਸਿੱਧਾ PR ਆਇਆ ਤੇ ਗਿਆ ਹੁਣ PR ਤੇ ਸਿੱਧਾ। ਜਿਹੜਾ ਕੰਮ ਨਹੀਂ ਹੋ ਸਕਦਾ ਉਹ ਵੀ ਗੁਰੂ ਕਰਦੇ। ਇਹ ਹਾਲਾਂਕਿ ਬਹੁਤ ਛੋਟੀਆਂ ਜੀਆਂ ਗੱਲਾਂ ਨੇ, ਇਹ ਸਿਰਫ ਲੋਕ ਦੇ ਸੁੱਖ ਨੇ ਜਿਹੜੇ ਅਸੀਂ ਮੰਗ ਰਹੇ। ਪਰ ਜਿਹੜੇ ਗੁਰੂ ਕੋਲ ਤੁਸੀਂ ਬੈਠੇ ਹੋ, ਕੋਈ ਸੇਵਾ ਕਰਕੇ ਵੇਖੇ, ਇਹ ਗੁਰੂ ਕੱਲਾ ਲੋਕ ਦਾ ਨਹੀਂ, ਲਿਖ ਕੇ ਦਿੰਦਾ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲਾ। ਕੋਈ ਮੰਗ ਕੇ ਵੇਖੇ, ਇੱਥੋਂ ਸਾਧ ਸੰਗਤ ਸਭ ਕੁਝ ਮਿਲਦਾ ਹੈ। ਪ੍ਰਭ ਜੀਓ ਸੰਗੈ ਅਸਨੇਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇਹੋ। ਕਿਹੜੀ ਚੀਜ਼ ਹੈ ਵਾਹਿਗੁਰੂ ਜਿਹੜੀ ਤੇਰੇ ਘਰ 'ਚ ਨਹੀਂ ਹੈ? ਇੱਥੇ ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇਹੋ। ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਕਿਉਂਕਿ ਉਹਦੇ ਘਰ ਵਿੱਚ ਸਭ ਕੁਝ ਹੈ।
ਇੱਕ ਵਾਰ ਚਿੱਤ ਜੋੜ ਕੇ ਪੜੋ, ਤੁਹਾਨੂੰ ਵਿਸ਼ਵਾਸ ਜਾਗੇ। ਰੋਜ਼ ਪੜੀਦਾ ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਸਾਚੇ ਸਾਹਿਬਾ, ਕਿਆ ਨਹੀਂ ਕਰ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਸਾਚੇ ਸਾਹਿਬਾ, ਕਿਆ ਨਹੀਂ ਕਰ ਸਾਚੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਪੜੋ। ਘਰ ਤਾਂ ਤੇਰੇ ਸਭ ਕਿਛ ਹੈ, ਘਰ ਤਾਂ ਤੇਰੇ ਸਭ ਕਿਛ ਹੈ, ਘਰ ਤਾਂ ਤੇਰੇ, ਘਰ ਤਾਂ ਤੇਰੇ ਜਿਸ ਦੇ ਸੋ ਪਾਵੇ, ਜਿਸ ਦੇ ਸੋ ਪਾਵੇ, ਜਿਸ ਦੇ ਸੋ, ਜਿਸ ਦੇ ਸੋ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ ਸਾਚੇ ਸਾਹਿਬ, ਕਿਆ ਨਹੀਂ ਕਰ ਤੇਰੇ ਸਾਚੇ, ਕਿਆ ਨਹੀਂ ਕਰ ਤੇਰੇ। ਆਖੋ ਸਤਨਾਮ ਸ੍ਰੀ। ਸਭ ਕੁਝ ਹੈ, ਕੀ ਨਹੀਂ ਉਹਦੇ ਘਰ ਵਿੱਚ। ਕੋਈ ਜਪ ਕੇ ਵੇਖੇ ਸਤਨਾਮ ਸ੍ਰੀ ਵਾਹਿਗੁਰੂ, ਸਭ ਕੁਝ ਹੈ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹ ਦੀਵਾਨ ਲਾ ਕੇ ਬਾਹਰ ਨਿਕਲੇ ਤਾਂ ਇੱਕ ਹੰਕਾਰੀ ਬੰਦਾ ਬਾਹਰ ਮਿਲ ਪਿਆ। ਉਹ ਬਹੁਤ ਵੱਡੀ ਪੋਸਟ ਉੱਤੇ ਸੀ, ਆਫੀਸਰ ਸੀ। ਉਹਦੇ ਮਨ 'ਚ ਇੱਕੋ ਇਸ ਗੱਲ ਦੀ ਵੀ ਮੇਰਾ ਨਾਂ ਨਹੀਂ ਲਿਆ, ਮੈਂ ਇਸ ਪਿੰਡ ਦਾ ਮੁਖੀ ਹੈ, ਮੈਂ ਐਡਾ ਵੱਡਾ ਆਫੀਸਰ ਹੈ। ਬਾਬਾ ਜੀ ਨਾਂ ਨਹੀਂ ਸੀ ਲੈਂਦੇ ਕਿਸੇ ਦਾ। ਹਾਰਦਿਕ ਤੌਰ 'ਤੇ ਸਾਰਿਆਂ ਦਾ, ਸੰਗਤ ਦਾ, ਪ੍ਰਬੰਧਕਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤਾਂ ਜਦੋਂ ਬਾਹਰ ਨਿਕਲੇ, ਉਹ ਬਾਹਰ ਮਿਲ ਪਿਆ 5-7 ਬੰਦੇ। ਉਹ ਪਿੰਡ ਵਾਲੇ ਕਹਿੰਦੇ ਜੀ ਇਹ ਫਲਾਨਾ ਆਫੀਸਰ ਹੈ ਜੀ, ਫਲਾਨੇ ਅਹੁਦੇ 'ਤੇ, ਵੱਡਾ ਅਹੁਦਾ ਸੀ। ਕਹਿੰਦੇ ਬਾਈ ਚੰਗੀ ਗੱਲ ਹੈ ਜੀ। ਜਦ ਤੁਰਨ ਲੱਗੇ ਨਾ, ਉਹ ਹੰਕਾਰ ਵਿੱਚ ਮੂਹਰਿਓਂ ਬੋਲਿਆ, ਕਹਿੰਦਾ ਬਾਬਾ ਜੀ ਕੀ ਤੁਸੀਂ 1.5 ਘੰਟਾ ਸੁਣਾਈ ਗਏ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਮੁਕਤ ਹੋ ਜਾਈਦਾ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਦੁੱਖ ਕੱਟੇ ਜਾਂਦੇ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਜਨਮ ਮਰਨ ਮਿਟ ਜਾਂਦਾ। ਕਹਿੰਦਾ ਲਓ ਮੈਂ ਕਹਿ ਦਿੰਦਾ ਵਾਹਿਗੁਰੂ 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 ਵਾਹਿਗੁਰੂ। ਕਹਿੰਦਾ ਮੈਂ ਮੁਕਤ ਹੋ ਗਿਆ। ਕਹਿੰਦਾ ਲਓ ਮੈਂ ਕਹਿ ਦਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਬਾਬਾ ਜੀ ਨੇ ਉਹਨੂੰ ਜਵਾਬ ਨਹੀਂ ਦਿੱਤਾ। ਜਿਹੜਾ ਗਲ 'ਚ ਕੱਪੜਾ ਪਾਇਆ ਸੀ ਨਾ ਹਜ਼ੂਰੀਆ, ਉਹਦੇ ਨਾਲ ਇੱਦਾਂ ਮੂੰਹ ਢੱਕ ਕੇ ਨਾ ਤੁਰ ਪੈ ਗਏ। ਨਾਲੇ ਸੇਵਾਦਾਰ ਜਾ ਕੇ ਗੱਡੀ 'ਚ ਬਹਿ ਗਏ। ਜਦੋਂ ਚੱਲ ਪਏ ਤਾਂ ਸਾਧ ਸੰਗਤ ਉਹ ਫਿਰ ਜਿਹੜੇ ਸੇਵਾ ਨਾਲ ਕਰਦੇ ਸੀ ਨਾ, ਬਾਬਾ ਮਹਿੰਦਰ ਸਿੰਘ ਜੀ ਢੋਲਕੀ ਵਜਾਉਂਦੇ, ਉਹਨਾਂ ਫਿਰ ਕਿਹਾ, ਕਹਿੰਦੇ ਮਹਾਂਪੁਰਸ਼ੋ, ਕਹਿੰਦੇ ਬਾਬਾ ਜੀ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਉਹ ਬੰਦੇ ਨੂੰ? ਕਹਿੰਦੇ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ? ਇੰਨੀਆਂ ਦਲੀਲਾਂ ਤੁਸੀਂ ਕਥਾ ਕੀਰਤਨ 'ਚ ਦਿੰਦੇ ਹੋ, ਉਹਨੂੰ ਸਮਝਾਇਆ ਕਿਉਂ ਨਹੀਂ? ਉਹਨੂੰ ਜਵਾਬ ਕਿਉਂ ਨਹੀਂ ਦਿੱਤਾ? ਤੇ ਬਾਬਾ ਜੀ ਨੂੰ ਪਤਾ ਕੀ ਕਿਹਾ? ਕਹਿੰਦੇ ਭਾਈ ਕੱਲੇ ਕੱਲੇ ਨੂੰ ਸਮਝਾਉਣ ਦਾ ਸਾਨੂੰ ਹੁਕਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚੇ ਕਹੀਦਾ ਜੋ ਕਹਿਣਾ। ਅਸੀਂ ਕੌਣ ਹੁੰਨੇ ਸਮਝਾਉਣ ਵਾਲੇ? ਕੱਲੇ ਕੱਲੇ ਨੂੰ ਸਮਝਾਉਣ ਦਾ ਹੁਕਮ ਨਹੀਂ ਹੈ ਸਾਨੂੰ। ਤਾਂ ਸਾਧ ਸੰਗਤ ਉਹ ਚਲੇ ਗਏ। ਇੱਕ ਚੀਜ਼ ਯਾਦ ਰੱਖਿਓ, ਜਿਵੇਂ ਆਪਾਂ ਕਹਿੰਦੇ ਨਾ, ਜੇ ਕੋਈ ਰਾਜਨੀਤਿਕ ਬੰਦਾ ਜਿਹੜਾ ਉਹ ਸਾਹਮਣੇ ਚੁੱਪ ਕਰ ਜਾਏ, ਉਹਦੀ ਚੁੱਪ ਵੀ ਖਤਰਨਾਕ ਹੁੰਦੀ ਹੈ। ਕਿਉਂ? ਉਹ ਚੁੱਪ ਕਰ ਜਾਏ, ਜਦੋਂ ਉਹਦੀ ਦਾੜ ਥੱਲੇ ਆਏ ਫਿਰ ਉਹ ਨੁਕਸਾਨ ਕਰਦਾ ਹੈ। ਆਮ ਸਮਾਜਿਕ ਤੌਰ 'ਤੇ ਚੁੱਪ ਬੰਦੇ ਨੂੰ ਕਹਿੰਦੇ ਵੀ ਚੁੱਪ ਬੰਦਾ ਮਾੜਾ ਹੈ, ਅੰਦਰੋਂ ਪਤਾ ਨਹੀਂ ਉਹਦੇ ਕੀ ਚੱਲਦਾ।
पर कोई बाहरी तौर पर राजनीतिक होवे, कोई आम बंदा होवे, ओदी चुप जिहड़ी है वो तुहानूं संसार विच थोड़ा बहुता पछाड़ सकती है, दुखी कर सकती है। पर याद रखियो, जे कोई साधु मोहरियों चुप कर जाए ना निंदिया होने तो बाद, वो साधु जिहड़ा ओदी चुप इन्नी खतरनाक है, वो लोक भी विगाड़ दिंदी, परलोक भी विगाड़ दिंदी है। दो ही चीज़ां विगड़ जांदियां, लोक भी विगड़दा है, परलोक भी विगड़ जांदा है। पातशाह कहते भाई वो तो फिर जन्म मरण के चक्कर विच ही रहिंदा है। साधका निंदक कैसे तरै, सर पर जानो नरक ही परै। ਉਹਦਾ ਲੋਕ भी खुआर हुंदा है, परलोक भी खुआर हुंदा है। तो महापुरुष चुप करके चले गए, क्योंकि साधु का कोई वैर नहीं। वो जिहड़ा ऑफिसर सी ना, ਉਹਦੇ 6 महीने रिटायरमेंट विच रह गए, तो ਉਹਦੇ अंदरों लोभ वध गया। 6 महीनों बाद मैं रिटायर हो जाना, पैसे बना लो जिन्ने बनते ने। फिर उन्हें पैसे बनाने शुरू किए। रिश्वत अगे भी लैंदा सी, अगे थोड़ी घट, फिर लालच वध गया। 6 महीनों बाद पोस्ट नहीं रहनी, जिन्ना बनता बना लो। उन्हें फिर लखां विच रिश्वत लैनी शुरू करती। वड्डे बंदियां तो वड्डी रिश्वत मंगी, उन्हीं रंगे हत्थी रिश्वत दे के फड़ा दिता। एडा वड्डा ऑफिसर अगले दिन अखबारां च आ गया जी, फड़ लिया जी, रिश्वत फड़ी गई जी, रंगे हत्थी फड़िया गया, जेल में गया, सस्पेंड हो गया, सारी नौकरी फैक्ट हो गई, इज्जत भी चली गई, और साथ संगत जो कोई मिलना सी वो भी रोक लग गई। फिर वो कई महीनों बाद जमानत हुई, केस चल पिया, घर में टेंशन विच है, सस्पेंड है, इज्जत घट गई, पैसा भी गया, नुकसान भी होया। टेंशन च वधद्यां वधद्यां एक दिन वो दिमाग की नस फट गई, उन्होंने ब्रेन हैमज हो गया। जदों वो होया तां तुहानूं पता है कोमा विच बंदा चले जाता। हॉस्पिटल लै गए, बोलिया नहीं, कोमा च चला गया। डॉक्टर ने कहा घर लै जाओ, जे ठीक हो जाए तो 2-4 महीनों हो जाए, ना होवे तो ना भी होवे। 8-8 साल 9-9 साल लोग कोमा च पै रहिंदे। एक सेंटर का मिनिस्टर मरिया है थोड़े साल पहला, 9 साल कोमा च पिया रहा। तो साध संगत वो घर लै गए। हुण वो तो दिमाग की नस वड्डी, अधरंग होया, हथ पैर नहीं चलते, बोल नहीं हो रहा, कोमा विच पिया। जिहड़े उपर ने वो होर भी नरक विच ने। घर वालियां नूं उहदी संभाल करनी पैंदी। जदों 2 महीने लंघ गए ना मंजे ते, उदों उहदे नाल दा कोई सज्जन खबर लैण घर आया। वो भी उहदे नाल दा जॉब करन वाला सी। उहने हालत वेखी, कोल बैठिया उहदे मन च फुरना ख्याल आया। वो घर वालियां नूं कहिंदा, मैनू लगता है ये संत का सराफिया होया है, मैनू लगता है उत्ते महापुरुषों का सराफ पै गया। हुण तुसीं कहोगे गुरमत में सराफ तो है ही नहीं, ना बाहर है ना सराफ है। इस चीज़ की भी व्याख्या करते हैं कई। पर साध संगत सराफ हुंदा है। पातशाह ने बचन कहे बाणी अंदर, जो जो संत सराफिया से फिरे पवंदे, पेड़ मुंडा हूँ कट्टिया ते सडाल सुकंदे। जिमें दरखत जड़ तो कट दिओ, टाहनियां सुक जांदियां ने, पूरा दरखत सुक जांदा है। इदां कोई संत दा सराफिया होवे, सारा कुछ सुक जांदा है, पल्ले नहीं कुछ रहिंदा। जो जो संत सराफिया से फिरे पवंदे, पेड़ मुंडाहू कट्टिया ते सडाल सुकंदे। वो गुरमुख दे मन तो निकली आवाज़, वो कहना घर वालियां नूं मैनूं सराफिया लगदा है, मेरा कहना मनो, इहनूं उत्थे महापुरुषां कोल लै जाओ। उन्हें इदां ही मंजा चुक्या, वड्डी गड्डी मंगा के 4 व्हीलर च रख के लै गए ट्राली चो। जदों उत्थे गए तो महापुरुष धुप्पे बैठे, संगत कोल बैठी है कुर्सी ते, उन्हें मंजा लाया। लोग दिखण लग पे, कोई मरीज लिआंदा मंजे ते पाया, चुक के लैके आए। तो बाबा जी नूं घर वाले कहंदे, बाबा जी वो फलाने पिंडों आए जी, ये वो बंदा है जिन्हें तुहानूं 2-3 साल हो गए इदां कहा सी मोहरे, 2-3 साल हो गए। तो अगों बाबा जी पता की कहते, संत वेखो किहनूं कहंदे ने। वो कहंदे भाई सानू नहीं याद, सानू तो बहुत लोग मिलते हैं, सानू तो बहुत लोग सवाल करते हैं। कहते सानू नहीं इदां याद, सानू तो बथेरे लोग सवाल करते। कहते बाबा जी ठीक कर दो। कहते असी कौन उन्हें ठीक करने वाले, भाई सानू तो बहुत लोग सवाल करते हैं, सानू नहीं पता है कौन है, ना असी किसी के सवाल याद रखी दे ने। कहते असी कौन उन्हें ठीक करने वाले, दया जाके प्यार च कहते भाई जिन्हों ठीक करना है उन्होंने वाहिगुरू ने ठीक करना, असी कौन उन्हें ठीक करना। संत की निमरत है,
आठ पहर निकट कर जाने प्रभु का किया मीठा माने एक नाम संतना दा हार होए रहे सब की पग शार चरण धूड़ बन के रही हथ जोड़ के बोले बाबा जी कहते भाई असी कौन उन्हें ठीक करना जिन्हों ठीक करना है भाई वाहिगुरू ने करना है। घर वाले कहते जी तुसीं किरपा कर दो कहते असी कौन उन्हें भाई हाँ इन्ना तरस किया एक माला उन्होंने कोल पई सी सिमरना वो चुक के देता उन्होंने कहते तो कोल बह के वाहिगुरू वाहिगुरू जपो भाई वाहिगुरू करदा ठीक असी कौन उन्हें करना तो लै गए घर जाके वो घर वाली माई कोल बह के वो माला नाल वाहिगुरू 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 जपन लग पई। राती 1-1.5 घंटा वो लड़का वो कोल बैठा रहा वो नूंह बैठी रही उन्हें वाहिगुरू जपया लड़की विआही हुई सी वो आई उन्हें भी जपया फिर वो घर वाली जपदी रही फिर साध संगत तुसीं हैरान होवोगे अजे रात के 2:30 बजे जिन्होंने डॉक्टर कहते सी 2 साल ना ठीक होवे 4 ना होवे कोई पता नहीं वो राती 2:30 बजे बंदा कोमा चो बाहर आ गया तो ठीक होके बोलिया पता कि वाहिगुरू 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 वो घर वाले खुशी चढ़ गई। सवेरे उन्हें फिर इदां मंजा चुकया फिर उत्थे डेरे लै गए तो बाबा ईशर सिंह जाके कहते महाराज बोलन लग पिया है कहते भाई तुहानूं कल कहा जिन्हों ठीक करना वाहिगुरू ने करना है असी कौन हुंदे कहते वाहिगुरू वाहिगुरू जपो भाई जे उम्र च वाधा होया तुरन फिरन भी लग जाएगा। वो वाहिगुरू वाहिगुरू जपन लग पे वो आप वाहिगुरू जपन लग पिया अज होर कल होर 6 महीने लंघे तुरन फिरन लग पिया। साध संगत वो बंदा फिर अपनी उम्र भोग के मरिया और जिन्नी देर फिर रहा थोड़ा बहुता ढिला तो रहा पर तुरदा फिरदा अपनी संभाल ते कहते वो वाहिगुरू वाहिगुरू जपदा रहा उही वो बंदा जिहड़ा कहना सी वाहिगुरू वाहिगुरू कहण नाल की हुंदा लै मैं कह दिना वाहिगुरू ने उसदा दुख दूर किया। फिर वाहिगुरू दे नाम नाल ही वो ठीक होया। सिमरो सिमर सिमर सुख पावो कल कलेस तन महे मटावो अनेको पावी रोग न जाए। अगे की लिखा रोग मिटे हर अवखद लाए। वाहिगुरू दा नाम इन्नी ताकत रखदा इसलिए अपने घरां च नाम जपो बाणी पढ़ो अमृत जरूर छको। अमृत विलाखियां नूं बेनती है अपने नाम जरूर लिखाओ। ये कोई शंका नहीं करना बई घर वाले ने नहीं अजे छकिया जी मैं किवें छक लां। बीबी कल्ली भी छक सकती है बीबे कल्ले छक सकते हैं। इदां दी कोई ये नहीं मर्यादा वे कट्ठे छकांगे जी कट्ठे छकांगे। कई बार कट्ठे कट्ठे करते कट्ठे तो ऊँ नहीं चंगी तरह रह रहे तुसीं कट्ठियां की छकना कट्ठे तो ऊँ लोगों का रहना औखा होया। इत्थे लेखा हिसाब आपो अपने एक जने का मन करदा उम्र छक लै दूजा रोके ना। जे बीबी का मन है उहदे घर वाला ना रोके जे बंदे का मन है तो उहदे घर वाली ना रोके। अमृत जरूर छको। हाँ इहदा लाभ तुहानूं पता की होएगा जे एक जना भी छक लेगा। कई बार बीबियां कहदियां ने नहीं जी हजे घर वाला वो नहीं जी जो कट्ठे ही छकांगे जी। तुहानूं बेनती है कल्ले कल्ले भी छक लो तुहानूं लाभ होना। पता कि एक ने छक लिया दूजे दे कर्म एक दिन जरूर बदलणगे। ये तां सज्जणों एक चमचा दही का जाग रख लईदा 2 किलो दुध विच पा दिओ वो भी दही हो जाता है। एक जने ने छक लिया शायद दूजे दे भी कर्म बदल जा। एक दूजे दे कर्मां विच रुकावट नहीं पाउणी कल्ले भी छक सकते हैं। जे किसी भैन का मन है वो अमृत छके भाई अमृत उहदे घर वाला अमृत तो रोक के पापां दा भागीदार ना बने। अमृत छको उत्थे हिसाब किताब कल्ले कल्लियां दा होना है। फिर हाँ जदों उहदा मन बन जाए फिर तुहानूं आपे 5 प्यारे दसणगे फिर दोवें जी इकट्ठे पेश होकर अमृत छकते हैं। इदां तुहानूं बेनती है नाम लिखाओ अमृत छको ये जीवन जन्म सफल होवे। सतगुर के जन्म है गवन मिटाया गुरु के घर में अपना जन्म हो सके ये जीवन जन्म सफल होवे। साध संगत अमृत जरूर छको नाम जपो। एक बार सारे चित्त जोड़ के गुरु नूं कहिए महाराज कृपा करो साडे अंदर विश्वास पैदा हो जाए साडे अंदर प्रेम पैदा हो जाए। तुहानूं एक बेनती है कल जिहड़ा होमवर्क दिता वो याद रखियो। ये ना होवे भी लो जी उदणे सी भाई साहब ने कहा नहीं इहदा तुहानूं लाभ अगे भी होना है। रोज़ उठ के उठदियां सार की कहना है सतनाम श्री। चाह बनाउंदियां की जपना है वाहिगुरू 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 वाहिगुरू। इदां जपोगे ना तुहाडे मन की मैल उतर जाएगी कल कलेस मिट जाणगे।
नहीं तो सवेरे सवेरे पता की हुंदा है, उधर गैस चुल्हे ते चाह रखी है तो उधर जे कोई घर की सियाणी माई मंग लवे ना कड़े एक पानी का गिलास दई मैनू, तो फिर वो बुड़ शुरू हो जाती है। नाले बुड़ समझते, बुड़ तुहानू पता है, जिहड़ा थोड़ी जी आवाज़ बुड़ होने सजरे थैकड़ा लग गया, बेड़ा बह गया, सजरे मंगण लग पैंदी, ऐ नहीं बोलना। जे पानी भी मंगे तां भी वाहिगुरू कहना है। आपां बजुर्गों की सेवा करनी है, कल नूं तुहाडे बच्चे तुहाडी सेवा जरूर करनगे। आपां वड्डियां दी सेवा करिए, कल तुहाडे भी बच्चे सेवा करनगे। चाह बनाउंदिआं वाहिगुरू वाहिगुरू जरूर कहना है। अपने घरां विच जरूर नाम जपो। ये सौखी गल है, एक चमचा दही का 2 किलो दुੱਧ नूं दही बना दिंदा है। जे तुसीं जपण लग पे तुहाडे बच्चे भी जपण लग पैणगे। तुसीं नितनेम करोगे तुहाडे बच्चे भी अगे करन लग जाणगे। सो इसलिए साध संगत ये पक्का रखो, घर विच नाम जरूर जपना, चाह बनाउंदिआं वाहिगुरू जपना, नितनेम जरूर करना। घट्टो घट्ट एक जपजी साहिब का पाठ हर एक सिख करे। जिन्ने तुसीं करदे हो मुबारक, जे कोई नहीं करदा ना अरदास करके जाओ, महाराज साडा नितनेम पक्का कर दे। घट्टो घट्ट जपजी साहिब, देखो मैं पिछली बारी भी इत्थे कहा 24 मिनट लगते जपजी साहिब, जे बोल के करोगे ना पाठ 24 मिनट। जे 24 मिनट जपजी साहिब का पाठ एक दिन तुसीं एक टाइम 24 मिनट कढ़ के एक जपजी साहिब का पाठ रोज़ करो, 24 घंटिया चों 24 मिनट किन्ने औखे कढ़ने। आ घंटियां वधी फेसबुक भी चलाउंदे ही हो, घंटियां वधी लोग मोबाइल वेखदे ने। तुहानूं बेनती है 24 घंटिया चों 24 मिनट जरूर कढ़ो। आप भी जपजी साहिब करो, बच्चों भी कराओ, वध तो वध बाणी पढ़ो। मेरा विश्वास है जिहड़ा 24 मिनट कढ़ के एक जपजी साहिब का पाठ कर लैंदा है, पूरे 24 घंटिया की जिम्मेवारी गुरु नानक दी हो जाती तुहाडे घर दी। तुसीं घर च एक जपजी साहिब करदे हो ना, पूरे 24 घंटे की जिम्मेवारी गुरु दी है। वो तुहाडे घर विच तुहाडे नाल रहिंदा। दुकालंग प्रणासी दयालंग स्वरूपे सदा अंग संगे अभंगंग बेपूते। साडे अंदर विश्वास पैदा होवे। आ पंक्ति रोज़ दरबार साहिब पढ़ी जाती है, आपां भी पढ़ीए, फिर समाप्ति है। सारे प्रबंधकों का धन्यवाद। ये बहुत सोहने प्रोग्राम कल भी चलने ने, परसों भी चलने ने। अमृत जरूर छकियो, अरदास करियो और गुरु चरणों में अरदास करके मंगियो, महाराज भरोसा बख्शो, विश्वास बख्शो। किहड़ी चीज़ है जिहड़ी उहदे घर विच नहीं, पर वो नाल शर्त रखदा, शर्त रखदा। गुरु की शर्त है, कोई भी चीज़ कंडीशन तो बगैर नहीं है। किसी नाल तुसीं एग्रीमेंट करते हो, उस कंडीशनां लिखियां जांदियां ने। कोई घर किराए ते लैंदा, कंडीशन लिखी जाती है। वह खरीदण वास्ते कोई एग्रीमेंट करदा, बयाना दिंदा, उस शर्त लिखी जाती। दो धिरां दा कोई फैसला हुंदा, उहदे विच कोई शर्त लिखी जाती है। सिक्खा तेरे ते गुरु दे विचकार एक शर्त है, ਉਹਦੇ घर में सब कुछ है, वो तेनों देण लई भी तैयार है। जो तू मंग ले वो मिलना है। उन्हें लिख के दिता है, जो मंगे ठाकुर अपने ते सोई सोई देवे। पर शर्त पता की है, थिर कर वैसो हर जन प्यारे। पढ़ो, थिर कर वैसो सतगुर तुमरे काज सवारे। सतगुर तुमरे ओदी शर्त ये है वे तू स्थिर रही, स्टेबल रही, टिकया रही। मैं तेनू वो कुछ दे दांगा जो तेरे भागां च नहीं भी लिखिया। जो लिखिया वो तो मिलना ही मिलना है, जो नहीं लिखिया वो भी गुरु दे दिंदा है। पर शर्त एक है, कोई टिकया रवे। आपां विश्वास रख के टिकीए, अपने मन नू पढ़ाओ, फिर समाप्ति है। भुल्लां चुक्कां दी खिमा बख्शनी। गज के आखो, थिर कर वैसो हर जन प्यारे। थिर कर वैसो हर जन प्यारे। थिर कर सतगुर तुमरे काज सवारे। सतगुर तुमरे काज सवारे। सतगुर तुमरे सतगुर तुमरे थिर कर ऐसो
हर जन प्यारे सतगुर तुमरे काज सवारे थिर कर वैस। हर जन प्यारे सतगुर तुम काज सवारे। सतगुरु किरपा बख्शिश करन, सब दियां हाਜ਼ਰੀਆਂ ਪ੍ਰਵਾਨ ਹੋਣ। ਅਸੀਸ ਦਿਓ। ਇੱਕ ਚੀਜ਼ ਤੁਹਾਡੇ ਕੋਲੋਂ ਜ਼ਰੂਰ ਮੰਗੀ ਦੀ ਹੈ। ਇਹ ਠੀਕ ਹੈ, ਸਾਡਾ ਪ੍ਰੋਫੈਸ਼ਨ ਹੈ, ਪਾਤਸ਼ਾਹ ਨੇ ਸਾਨੂੰ ਇਹ ਸੇਵਾ ਦਿੱਤੀ ਹੈ, ਇਹਦੇ ਵਿੱਚੋਂ ਸਾਡੀ ਉਪਜੀਵਕਤਾ ਚੱਲਦੀ ਹੈ, ਸੰਗਤ ਮਾਇਆ ਦਿੰਦੀ ਹੈ, ਉਹਦੇ ਨਾਲ ਸਾਡੀ ਉਪਜੀਵਕਤਾ, ਸਾਡੇ ਕਰਮ ਚੱਲਦੇ। ਪਰ ਉਸ ਤੋਂ ਵੀ ਉੱਪਰ ਇੱਕ ਚੀਜ਼ ਹੈ, ਉਹ ਤੁਹਾਡੇ ਕੋਲੋਂ ਜ਼ਰੂਰ ਮੰਗਣੀ ਹੈ। ਮਾਇਆ ਤੋਂ ਵੀ ਉੱਪਰ ਇੱਕ ਚੀਜ਼ ਹੈ ਜਿਹੜੀ ਸੰਗਤ ਬਖਸ਼ਿਸ਼ ਕਰਦੀ, ਉਹ ਪਤਾ ਕੀ ਹੈ? ਅਸੀਸ। ਆਖੋ ਵਾਹਿਗੁਰੂ। ਮਾਇਆ ਤੋਂ ਉੱਪਰ ਅਸੀਸ ਹੈ, ਉਹ ਤੁਸੀਂ ਜ਼ਰੂਰ ਦਿਓ। ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ, ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋ ਸਕੇ। ਅੰਦਰੋਂ ਜੁੜ ਕੇ ਅਸੀਸ ਬਖਸ਼ੋ, ਤਾਂ ਜੋ ਬਖਸ਼ੀ ਹੋਈ ਸੇਵਾ ਪਾਤਸ਼ਾਹ ਆਪ ਸੀਸ 'ਤੇ ਹੱਥ ਰੱਖ ਕੇ ਆਖਰੀ ਸਵਾਸ ਤੱਕ ਲੈਂਦੇ ਰਹਿਣ। ਸਾਡੀ ਵੀ ਝੋਲੀ ਵਿੱਚ ਕਮਾਈ ਪਾਤਸ਼ਾਹ ਪਾਉਣ। ਅਸੀਸ ਦਿਓ, ਅੰਦਰੋਂ ਜੁੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।